ਅੱਜ ਅਸੀਂ ਜਿਹੜੀ ਸ਼ਖਸੀਅਤ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਇੱਕ ਸਿੱਖ ਇਤਿਹਾਸ ਦੇ ਆਰਟਿਸਟ ਨੇ। ਜਦ ਵੀ ਇਹ ਕੋਈ ਤਸਵੀਰ ਸਿੱਖ ਇਤਿਹਾਸ ਨਾਲ ਸੰਬੰਧਿਤ ਬਣਾਉਣ ਲੱਗਦੇ ਨੇ, ਉਹਦੀ ਹਿਸਟਰੀ ਨੂੰ ਜਾਣਦੇ ਨੇ, ਉਹਦੇ ਉੱਤੇ ਰਿਸਰਚ ਕਰਦੇ ਨੇ, ਪੜ੍ਹਦੇ ਨੇ। ਪੈਰਿਸ ਦੇ ਅੰਦਰ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ, ਤਦ ਵੀ ਇਹਨਾਂ ਦੀਆਂ ਕੁਝ ਬਣਾਈਆਂ ਹੋਈਆਂ ਪੇਂਟਿੰਗਾਂ ਉੱਥੇ ਮਿਊਜ਼ੀਅਮ ਅੰਦਰ ਲਗਾਈਆਂ ਗਈਆਂ ਸਨ। मेरे भाई साहब ਨੂੰ ਇੱਕ ਕਿਤਾਬ ਲੱਗੀ ਜਿਸ ਵਿੱਚ ਸਰਹੰਦ ਦੀ ਜੰਗ ਦਾ ਵਰਣਨ ਸੀ। ਤਰ੍ਹਾਂ ਦੀਆਂ ਗੱਲਾਂ ਪੜ੍ਹ ਕੇ ਮੇਰੇ ਦਿਮਾਗ ਵਿੱਚ ਤਸਵੀਰਾਂ ਬਣਨ ਲੱਗੀਆਂ ਤੇ ਮੈਂ ਸਿੱਖ ਹਿਸਟਰੀ ਵੱਲ ਆਕਰਸ਼ਿਤ ਹੋਇਆ। ਅੱਗੇ ਵਧਦੇ ਗਏ ਤਾਂ ਮੇਰਾ ਸਿੱਖ ਹਿਸਟਰੀ ਵੱਲ ਰੁਝਾਨ ਹੋ ਗਿਆ ਤੇ ਮੈਂ ਸਿੱਖ ਹਿਸਟਰੀ ਨੂੰ ਸਮਰਪਿਤ ਹੋ ਕੇ ਰਿਹਾ। ਨਵਜੋਤਪਾਲ ਸਿੰਘ ਰੰਧਾਵਾ ਜੀ, ਉਹਨਾਂ ਨੇ ਮੇਰਾ ਕੰਮ ਦੇਖਿਆ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਤਾਂ ਉਹਨਾਂ ਨੇ ਮੇਰੇ ਤੋਂ ਪੇਂਟਿੰਗਾਂ ਬਣਵਾਉਣੀਆਂ ਸ਼ੁਰੂ ਕੀਤੀਆਂ। मैं हिस्टरी पढ़दा तो वो मैं देखदा हाँ कि हुण तक सिख हिस्टरी विच की बनाया जा चुकिया है, जो नहीं बनाया जा चुकिया उन्होंने मैं चित्रण की कोशिश करदा हाँ। आनंदपुर साहब तो बहुत घट तस्वीरां मिलदियां सन, इसलिए मैं पूरा स्कैच तैयार किए आनंदपुर साहब वसाउण तो लैके गुरु साहब के छड्डण तक। जदों आपां सिख हिस्टरी च पैर रख लिया तो घट वाधा फिर की देखना है। गुरु साहब ਨੂੰ ਆਪਾਂ ਮਹਾਰਾਜ ਕਹਿੰਦੇ ਆ, ਰਾਜਿਆਂ ਦੇ ਰਾਜੇ ਆ, ਉਹ ਸਾਡੇ ਲਈ ਸਭ ਕੁਝ ਹੈ। ਛੇਤੀ ਮੈਂ ਇੱਕ ਗੁਰੂ ਸਾਹਿਬ ਤੇ ਵੀ ਇੱਕ ਬੁੱਕ ਬਣਾ ਰਿਹਾ ਇਸ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਸਟੇਟ ਅਵਾਰਡ ਦਿੱਤਾ ਗਿਆ। ਜਦੋਂ ਇਹੋ ਜਿਹੇ ਹੁੰਦੇ ਹਨ ਤਾਂ ਉਦੋਂ ਫਿਰ ਲੱਗਦਾ ਹੈ ਕਿ ਹਾਂ ਵੀ ਸਾਡੇ ਕੰਮ ਨੂੰ ਮਾਨਤਾ ਮਿਲ ਰਹੀ ਹੈ, ਤਾਂ ਮਤਲਬ ਦਿਲ ਥੋੜਾ ਉਤਸ਼ਾਹ ਨਾਲ ਕੰਮ ਕਰਨ ਲੱਗ ਜਾਂਦਾ ਹੈ। ਪੰਜਾਬ 'ਚ ਥੋੜ੍ਹੀ ਜਿਹੀ ਗਿਣਤੀ ਦੇ ਚਿੱਤਰਕਾਰ ਆ ਜਿਨ੍ਹਾਂ ਤੋਂ ਸਾਰੇ ਹੀ ਪ੍ਰਭਾਵਿਤ ਨੇ। ਆਪਣੇ ਵਾਸਤਾ ਨਹੀਂ ਹੁੰਦਾ, ਇਹ ਤਾਂ ਅਕਾਲ ਪੁਰਖ ਕਰਾਉਂਦਾ ਹੀ ਜੋ ਵੀ ਕਰਾਉਂਦਾ ਹੈ। ਪਰ ਇੱਕ ਪੇਂਟਿੰਗ ਮੇਰੀ ਗੁਰੂ ਨਾਨਕ ਦੇਵ ਜੀ ਗਾ ਰਹੇ ਨੇ, ਭਾਈ ਮਰਦਾਨਾ ਜੀ ਉਹਨਾਂ ਨਾਲ ਰਬਾਬ ਬੈਠੇ ਵਜਾ ਰਹੇ ਨੇ, ਉਹ ਮੇਰੇ ਦਿਲ ਨੂੰ ਬਹੁਤ ਵਧੀਆ ਲੱਗੀ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਆਸ਼ਕ ਤੇ ਲੈ ਕੇ ਹਾਜ਼ਰ ਆਪਣਾ ਖਾਸ ਸ਼ੋਅ ਜਿਸ ਦਾ ਨਾਮ ਹੈ ਇਹ ਮੇਰਾ ਪੰਜਾਬ। ਇਸ ਸ਼ੋਅ ਦੇ ਵਿੱਚ ਅਸੀਂ ਵੱਖ-ਵੱਖ ਪੰਜਾਬ ਨਾਲ ਸੰਬੰਧਿਤ ਸ਼ਖਸੀਅਤਾਂ ਨੂੰ ਤੁਹਾਨੂੰ ਮਿਲਾਉਂਦੇ ਰਹਿੰਦੇ ਹਾਂ। ਅੱਜ ਅਸੀਂ ਜਿਹੜੀ ਸ਼ਖਸੀਅਤ ਨੂੰ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਇੱਕ ਸਿੱਖ ਇਤਿਹਾਸ ਦੇ ਆਰਟਿਸਟ ਨੇ, ਪੇਂਟਰ ਨੇ, ਜਿਹੜੇ ਕਿ ਕੇਵਲ ਸਿੱਖ ਇਤਿਹਾਸ ਨਾਲ ਸੰਬੰਧਿਤ ਆਪਣੀਆਂ ਪੇਂਟਿੰਗਾਂ ਬਣਾਉਂਦੇ ਨੇ ਜਾਂ ਤਸਵੀਰਾਂ ਪੇਪਰ ਉੱਤੇ ਉਤਾਰਦੇ ਨੇ। ਬਹੁਤ ਘੱਟ ਪੇਂਟਰ ਅਜਿਹੇ ਹੁੰਦੇ ਨੇ ਜਿਹੜੇ ਕਿ ਰਿਸਰਚ ਕਰਦੇ ਨੇ ਜਾਂ ਪੜ੍ਹਦੇ ਨੇ ਤੇ ਫਿਰ ਤਸਵੀਰਾਂ ਉਹ ਬਣਾਉਂਦੇ ਨੇ। ਸੋ ਉਹਨਾਂ 'ਚੋਂ ਹੀ ਇੱਕ ਐਸੇ ਪੇਂਟਰ ਨੇ, ਜਦ ਵੀ ਇਹ ਕੋਈ ਤਸਵੀਰ ਸਿੱਖ ਇਤਿਹਾਸ ਨਾਲ ਸੰਬੰਧਿਤ ਬਣਾਉਣ ਲੱਗਦੇ ਨੇ ਪਰ ਉਹਦੇ ਉੱਤੇ ਰਿਸਰਚ ਕਰਦੇ ਨੇ, ਪੜ੍ਹਦੇ ਨੇ, ਉਹਦੀ ਹਿਸਟਰੀ ਨੂੰ ਜਾਣਦੇ ਨੇ ਕਿ ਉਹ ਕਿਹੋ ਜਿਹਾ ਸਮਾਂ ਹੋਵੇਗਾ, ਕਿਹੋ ਜਿਹੇ ਕੱਪੜੇ ਹੋਣਗੇ, ਕੀ ਕਲਚਰ ਹੋਵੇਗਾ, ਕੀ ਰੰਗ ਹੋਵੇਗਾ, ਤੇ ਫਿਰ ਉਸ ਦੀ ਤਸਵੀਰ ਬਣਾਈ ਜਾਂਦੀ ਹੈ, ਜੋ ਕਿ ਪਹਿਲਾਂ ਸੌਖਾ ਕੰਮ ਨਹੀਂ। ਇਸ ਤੋਂ ਇਲਾਵਾ ਇਹਨਾਂ ਨੇ ਸਿੱਖ ਹਿਸਟਰੀ 'ਤੇ ਕਿਤਾਬਾਂ ਵੀ ਜਿਹੜੀਆਂ ਉਹ ਲਿਖੀਆਂ ਹੋਈਆਂ ਨੇ। ਖਾਸ ਕਰਕੇ ਗੱਲ ਕੀਤੀ ਜਾਵੇ ਅਨੰਦਪੁਰ ਸਾਹਿਬ ਦੇ ਇਤਿਹਾਸ ਦੀ ਤਾਂ ਉਹਨਾਂ ਦੀ ਉਹ ਕਿਤਾਬ ਵੀ ਮਾਰਕੀਟ 'ਚ ਹੈ ਜਿਹੜੀ ਕਿ ਪੇਂਟਿੰਗਾਂ ਨਾਲ ਅਨੰਦਪੁਰ ਸਾਹਿਬ ਦਾ ਇਤਿਹਾਸ ਦੱਸਦੀ ਹੈ। ਅੰਮ੍ਰਿਤਸਰ ਦਾ ਵੀ ਇੱਕ ਇਤਿਹਾਸ ਦੱਸਣ ਵਾਲੀ ਇਹਨਾਂ ਦੀ ਕਿਤਾਬ ਇਸੇ ਤਰੀਕੇ ਦੀ ਮਾਰਕੀਟ ਦੇ ਵਿੱਚ ਆ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪੈਰਿਸ ਦੇ ਅੰਦਰ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ, ਤਦ ਵੀ ਇਹਨਾਂ ਦੀਆਂ ਕੁਝ ਬਣਾਈਆਂ ਹੋਈਆਂ ਪੇਂਟਿੰਗਾਂ ਉੱਥੇ ਮਿਊਜ਼ੀਅਮ ਅੰਦਰ ਲਗਾਈਆਂ ਗਈਆਂ ਸਨ। ਸੋ ਜ਼ਿਆਦਾ ਮੈਂ ਸਮਾਂ ਨਾ ਲੈਂਦਾ ਹੋਇਆ ਸਵਾਗਤ ਕਰਦਾ ਇੱਕ ਵੱਖਰੇ ਪੇਂਟਰ, ਇੱਕ ਯੂਨੀਕ ਪੇਂਟਰ ਜਾਂ ਕਿ ਇੱਕ ਨੌਜਵਾਨ ਪੇਂਟਰ ਜਿਹੜੇ ਕਿ ਸਿੱਖ ਹਿਸਟਰੀ ਨੂੰ ਸਮਰਪਿਤ ਨੇ, ਹਰਪ੍ਰੀਤ ਸਿੰਘ ਨਾਜ ਸਾਹਿਬ। ਬਹੁਤ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਨਾਜ ਸਾਹਿਬ, ਮੈਂ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਜੇ ਪੇਂਟਿੰਗ ਜਾਂ ਬੰਦਾ ਬਣਾਉਣ ਲੱਗਦਾ ਆ ਤਾਂ ਮਾਡਰਨ ਆਰਟ ਵੱਲ ਜਾਂਦਾ ਜਾਂ ਹੋਰ ਆਰਟ ਵੱਲ ਜਾਂਦਾ, ਕਿਉਂਕਿ ਪੈਸਾ ਬਹੁਤ ਹੈ। ਸਿੱਖ ਹਿਸਟਰੀ ਵੱਲ ਬਹੁਤ ਘੱਟ ਲੋਕ ਆਉਂਦੇ ਨੇ ਕਿਉਂਕਿ ਇਸ ਕਰਕੇ ਵੀ ਬਹੁਤ ਡਰ ਕੇ ਆਉਂਦੇ ਨੇ ਕਿ ਬਹੁਤ ਸਾਰੇ ਸਿੱਖ ਹਿਸਟਰੀ ਦੇ ਵਿੱਚ ਕਿੰਤੂ ਪਰੰਤੂ ਆ ਜਾਂਦੇ ਨੇ ਵੀ ਪੱਗ ਕਿਵੇਂ ਦੀ ਬੰਨ੍ਹਤੀ, ਮਾਲਾ ਕਿਵੇਂ ਦੀ ਪਾਤੀ, ਰੰਗ ਕਿਵੇਂ ਦਾ ਬਣਾਤਾ। ਤੇ ਪਰ ਤੁਸੀਂ ਜਿਹੜਾ ਇਹੀ ਵਿਸ਼ਾ ਕਿਉਂ ਚੂਜ਼ ਕੀਤਾ? ਗੱਲ ਇਹ ਜੀ, ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀਗਾ ਤਾਂ ਉਦੋਂ ਮੇਰੇ ਭਾਈ ਸਾਹਿਬ ਨੂੰ ਇੱਕ ਕਿਤਾਬ ਲੱਗੀ ਜਿਸ ਵਿੱਚ ਸਰਹੰਦ ਦੀ ਜੰਗ ਦਾ ਵਰਣਨ ਸੀ। ਗਿਆਨੀ ਗਿਆਨ ਸਿੰਘ ਦੁਆਰਾ ਲਿਖੀ ਹੋਈ ਇਹ ਕਿਤਾਬ ਸੀ, ਜਿਸ ਵਿੱਚ ਤਵਾਰੀ ਗੁਰੂ ਖਾਲਸਾ ਦਾ ਇੱਕ ਪਾਠ ਸੀ ਸਰਹੰਦ ਦੀ ਜਿੱਤ ਬਾਰੇ। ਉਸ ਦੇ ਵਿੱਚ ਬਹੁਤ ਸੋਹਣਾ ਉਹਨਾਂ ਨੇ ਦ੍ਰਿਸ਼ ਬੰਨਿਆ ਕਿ ਸਰਹੰਦ ਦੀ ਜੰਗ ਕਿਵੇਂ ਲੜੀ ਗਈ। ਬਾਬਾ ਬੰਦਾ ਸਿੰਘ ਬਹਾਦਰ ਨਾਲ ਦੋ ਰਾਜਪੂਤ ਯੋਧੇ ਸਨ ਜੋ ਤੋਪਾਂ ਦੇ ਮਾਹਰ ਸਨ। ਉੱਤੇ ਉਹਨਾਂ ਨੇ ਜੋ ਮੋਰਚੇ ਲਗਾਏ ਸੀ, ਕਿੱਕਰਾਂ ਦੇ ਵਿੱਚ, ਦਰਖਤਾਂ ਦੇ ਵਿੱਚ ਲਗਾਏ ਸੀ। ਦੂਸਰੇ ਪਾਸੇ ਮੁਗਲ ਫੌਜ ਬਾਹਰ ਖੁੱਲ੍ਹੇ ਵਿੱਚ ਸੀ। ਇਸ ਤਰ੍ਹਾਂ ਜੰਗ ਜਿੱਤਣ ਵਿੱਚ ਉਹਨਾਂ ਨੂੰ ਬੜੀ ਸੌਖ ਰਹੀ। ਇਸ ਤਰ੍ਹਾਂ ਦੀਆਂ ਗੱਲਾਂ ਪੜ੍ਹ ਕੇ ਮੇਰੇ ਦਿਮਾਗ ਵਿੱਚ ਤਸਵੀਰਾਂ ਬਣਨ ਲੱਗੀਆਂ ਤੇ ਮੈਂ ਸਿੱਖ ਹਿਸਟਰੀ ਵੱਲ ਆਕਰਸ਼ਿਤ ਹੋਇਆ। ਉਸ ਤੋਂ ਬਾਅਦ ਮੈਂ
ਸਾਰੇ ਸਰੋਤ ਪੜ੍ਹਨੇ ਸ਼ੁਰੂ ਕੀਤੇ, ਤਾਂ ਇਸ ਤਰ੍ਹਾਂ ਮੈਂ ਸਿੱਖ ਹਿਸਟਰੀ ਵੱਲ ਰੁਚਿਤ ਹੋ ਗਿਆ। ਆਕਰਸ਼ਿਤ ਹੋ ਗਏ। ਪਰ ਜਿਹੜਾ ਆਰਟ ਦਾ ਸ਼ੌਂਕ ਸੀ ਜਾਂ ਪੇਂਟਿੰਗ ਦਾ ਸ਼ੌਂਕ ਸ਼ੁਰੂ ਤੋਂ ਸੀ, ਜਾਂ ਫਿਰ ਜਦ ਕਿਤਾਬਾਂ ਪੜ੍ਹੀਆਂ ਸਿੱਖ ਹਿਸਟਰੀਆਂ ਦਦ ਤੋਂ ਲੱਗਿਆ ਵੀ ਤਸਵੀਰਾਂ ਜਾਂ ਮਨ 'ਚ ਬਣਦੀਆਂ ਨੇ ਤਾਂ ਮੈਂ ਤਸਵੀਰਾਂ ਕਾਗਜ਼ 'ਤੇ ਉਤਾਰਾਂ? ਨਹੀਂ, ਪੇਂਟਿੰਗ ਕਰਨ ਦਾ ਮੈਨੂੰ ਛੋਟੇ ਹੁੰਦੇ ਤੋਂ ਹੀ ਸ਼ੌਕ ਸੀ, ਪਰ ਜਦੋਂ ਮੈਂ ਇਹ ਕਿਤਾਬ ਪੜ੍ਹੀ ਤਾਂ ਉਸ ਤੋਂ ਬਾਅਦ ਮੇਰਾ ਰੁਝਾਨ ਸਿੱਖ ਹਿਸਟਰੀ ਵੱਲ ਨੂੰ ਹੋ ਗਿਆ ਜੀ। ਪਹਿਲਾਂ ਮੈਂ ਜਦੋਂ ਸਕੂਲੇ ਪੜ੍ਹਦਾ ਸੀ ਤਾਂ ਉਦੋਂ ਪੰਜਾਬ ਸਕੂਲ ਸਿੱਖ ਐਜੂਕੇਸ਼ਨ ਬੋਰਡ ਵੱਲੋਂ ਮੁਕਾਬਲਾ ਕਰਵਾਇਆ ਗਿਆ ਸੀ, ਜਿਸ ਵਿੱਚ ਮੈਂ ਪੰਜਾਬ 'ਚ ਪੂਰੇ 'ਚ ਫਸਟ ਆਇਆ ਸੀਗਾ ਜੀ। ਉਸ ਤੋਂ ਬਾਅਦ ਮੇਰਾ ਉਤਸ਼ਾਹ ਵਧਿਆ, ਸਾਡੇ ਟੀਚਰ ਸਾਹਿਬਾਨ ਨੇ ਵੀ ਮੈਨੂੰ ਉਤਸ਼ਾਹ ਵਧਾਇਆ, ਪਰ ਹੌਲੀ ਹੌਲੀ ਜਦੋਂ ਅੱਗੇ ਵੱਧਦੇ ਗਏ ਤਾਂ ਮੇਰਾ ਸਿੱਖ ਹਿਸਟਰੀ ਵੱਲ ਰੁਝਾਨ ਹੋ ਗਿਆ ਤੇ ਮੈਂ ਸਿੱਖ ਹਿਸਟਰੀ ਨੂੰ ਸਮਰਪਿਤ ਹੋ ਕੇ ਰਹਿ ਗਿਆ। ਬਹੁਤ ਸਾਰੇ ਲੋਕ ਉਹ ਅਜਿਹੇ ਹੁੰਦੇ ਨੇ ਜਾਂ ਘੱਟ ਹੁੰਦੇ ਗਿਣਤੀ ਜਿਹੜੇ ਆਪਣੇ ਸ਼ੌਂਕ ਨੂੰ ਆਪਣਾ ਪ੍ਰੋਫੈਸ਼ਨ ਬਣਾ ਲੈਂਦੇ ਨੇ। ਕਦ ਲੱਗਿਆ ਕਿ ਜਿਹੜਾ ਇਹ ਸ਼ੌਂਕ ਆ ਹੁਣ ਇਹ ਪ੍ਰੋਫੈਸ਼ਨ 'ਚ ਕਨਵਰਟ ਕਰ ਦੇਣਾ ਚਾਹੀਦਾ, ਵੀ ਪ੍ਰੋਫੈਸ਼ਨਲੀ ਮੈਂ ਜਿਹੜੀਆਂ ਇਹ ਪੇਂਟਿੰਗਸ ਬਣਾਵਾਂ? ਪਹਿਲਾਂ ਤਾਂ ਆਪਾਂ ਸ਼ੌਂਕ ਹੀ ਕਰਦੇ ਸੀਗੇ ਜੀ। ਤਾਂ ਇੱਕ ਆਪਣੇ IAS ਅਫਸਰ ਹੈ ਜੀ ਨਵਜੋਤਪਾਲ ਸਿੰਘ ਰੰਧਾਵਾ ਜੀ, ਉਹਨਾਂ ਨੇ ਮੇਰਾ ਕੰਮ ਦੇਖਿਆ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਿਆ, ਤਾਂ ਉਹਨਾਂ ਨੇ ਮੇਰੇ ਤੋਂ ਪੇਂਟਿੰਗਾਂ ਬਣਵਾਉਣੀਆਂ ਸ਼ੁਰੂ ਕੀਤੀਆਂ ਅਤੇ ਮੈਂ ਕਈ ਸਾਲ ਉਹਨਾਂ ਦਾ ਲਗਾਤਾਰ ਕੰਮ ਕੀਤਾ। ਰਣਜੀਤ ਸਿੰਘ ਬਾਰੇ ਜੀ, ਤਾਂ ਰਣਜੀਤ ਸਿੰਘ ਦੇ ਉਹ ਦ੍ਰਿਸ਼ ਚਿੱਤਰੇ ਜੋ ਹਿਸਟਰੀ 'ਚ ਨਹੀਂ ਬਣੇ ਹੋਏ ਸਨ। ਇਸ ਤਰ੍ਹਾਂ ਮੇਰਾ ਪ੍ਰੋਫੈਸ਼ਨਲੀ ਮੈਂ ਇਸ ਕੰਮ ਵਿੱਚ ਆ ਗਿਆ ਜੀ। ਤੁਸੀਂ ਕਹਿੰਦੇ ਵੀ ਉਹ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਤੇ ਕੰਮ ਕੀਤਾ, ਜਿਹੜੀ ਉਹ ਦ੍ਰਿਸ਼ ਜਿਹੜੇ ਨਹੀਂ ਬਣੇ ਹੋਏ। ਅਕਸਰ ਅਸੀਂ ਜਾਂ ਪੇਂਟਿੰਗਾਂ ਦੇਖਦੇ ਹਾਂ ਤਾਂ ਲੋਕ ਨਾ ਕਾਪੀ ਕਰ ਲੈਂਦੇ ਨੇ ਜਾਂ ਕੁਛ ਆਈਡੀਆ ਲੈ ਲੈਂਦੇ ਨੇ, ਜਾਂ ਕਈ ਵਾਰ ਕੀ ਕਰਦੇ ਆ ਕਿ ਅੰਗਰੇਜ਼ਾਂ ਦੀਆਂ ਫੋਟੋਆਂ ਲੈ ਕੇ ਉਹਨਾਂ ਉੱਤੇ ਗਰਦਨਾਂ ਸਿੱਖਾਂ ਦੀਆਂ ਲਾ ਕੇ ਹੋਈ ਜਿਹੀਆਂ ਪੇਂਟਿੰਗਾਂ ਲਿਆਉਂਦੇ ਨੇ। ਫਿਰ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਆਈਡੀਆ, ਕਿਵੇਂ ਆਇਆ ਪੜ੍ਹ ਕੇ ਵੀ ਮੈਂ ਨਹੀਂ ਇੱਦਾਂ ਦਾ ਦ੍ਰਿਸ਼ ਹੋਣਾ ਚਾਹੀਦਾ? ਕਿਉਂਕਿ ਅਸੀਂ ਵੀ ਜਦ ਤੁਹਾਡੀਆਂ ਕੁਛ ਪੇਂਟਿੰਗਸ ਦੇਖ ਰਹੇ ਹਾਂ ਜਾਂ ਸਾਡੇ ਪਿੱਛੇ ਵੀ ਕੁਝ ਰਣਜੀਤ ਸਿੰਘ ਦੀ ਲੱਗੀਆਂ ਵੀ ਉਹ ਵੱਖਰਾ ਜਾਂ ਕੋਈ ਅੰਦਾਜ਼ ਪੇਸ਼ ਕਰ। ਨਹੀਂ, ਚਲੋ ਜਦੋਂ ਵੀ ਕੋਈ ਬਣਾਉਂਦਾ ਹੈ ਤਾਂ ਸਾਨੂੰ ਸਿੱਖਣ ਦੇ ਲਈ ਵਧੀਆ ਜਿਹੜੇ ਚਿੱਤਰਕਾਰ ਹੋਏ ਆ ਵਿਸ਼ਵ ਪੱਧਰ ਦੇ ਜਾਂ ਪੰਜਾਬ ਪੱਧਰ 'ਤੇ, ਉਹਨਾਂ ਦਾ ਕੰਮ ਕਾਪੀ ਕਰਕੇ ਹੀ ਆਪਾਂ ਸਿੱਖਦੇ ਹਾਂ। ਮੈਂ ਵੀ ਕਿਸੇ ਸਮੇਂ ਇਸ ਤਰ੍ਹਾਂ ਹੀ ਕਰਦਾ ਹੁੰਦਾ ਸੀਗਾ। ਉਹਦੇ ਵਿੱਚ ਅਸੀਂ ਅੰਗਰੇਜ਼ਾਂ ਦੀਆਂ ਪੇਂਟਿੰਗਾਂ ਜਾਂ ਹੋਰ ਲੈ ਕੇ ਉਹਨਾਂ ਦੇ ਅਦਲ ਬਦਲ ਕਰਕੇ ਅਸੀਂ ਬਣਾ ਦੇਣੀ। ਪਰ ਹੌਲੀ ਹੌਲੀ ਹੁਣ ਇਹ ਸੋਚੀਦਾ ਕਿ ਆਪਾਂ ਹੁਣ ਆਪਣੇ ਢੰਗ ਨਾਲ ਪੇਸ਼ ਕਰੀਏ ਚੀਜ਼ ਨੂੰ, ਕਿਉਂਕਿ ਜਦੋਂ ਉਸ ਤਰ੍ਹਾਂ ਕਾਪੀ ਕਰਦੇ ਹਾਂ ਤਾਂ ਕਈ ਪ੍ਰਭਾਵ ਅੰਗਰੇਜ਼ੀ ਪ੍ਰਭਾਵ ਰਹਿ ਜਾਂਦੇ ਨੇ। ਸਿੱਖ ਪੇਂਟਿੰਗਾਂ 'ਚ ਹਾਲੇ ਵੀ ਆਪਾਂ ਉਹ ਅੰਗਰੇਜ਼ੀ ਪ੍ਰਭਾਵ ਦੇਖਣ ਨੂੰ ਮਿਲਦੇ ਨੇ, ਪਰ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਉਹ ਪ੍ਰਭਾਵਾਂ ਤੋਂ ਦੂਰ ਹੋਇਆ ਜਾਵੇ ਅਤੇ ਸਿੱਖ ਹਿਸਟਰੀ ਪੜ੍ਹ ਕੇ ਬਣਾਈ ਜਾਵੇ, ਦ੍ਰਿਸ਼ ਉਵੇਂ ਚਿਤਰਿਆ ਜਾਵੇ ਜਿਵੇਂ ਉਸ ਸਮੇਂ ਹੋਵੇਗਾ। ਪੜ੍ਹਨ ਦੀ ਗੱਲ ਜ਼ਰੂਰ ਮੈਂ ਜਿਵੇਂ ਸ਼ੁਰੂ 'ਚ ਕੀਤੀ ਹੈ ਕਿ ਤੁਸੀਂ ਪੜ੍ਹ ਕੇ ਜਿਹੜੀ ਹੈ ਉਹ ਇੱਕ ਪੇਂਟਿੰਗ ਰਚਦੇ ਹੋ, ਪੇਂਟਿੰਗ ਬਣਾਉਂਦੇ ਹੋ, ਅਤੇ ਕੀ ਮਨ ਸਭ ਤੋਂ ਪਹਿਲਾਂ ਆਉਂਦਾ ਜਦ ਸੀਨ ਯਾਦ ਆਉਂਦਾ? ਮੰਨ ਲੈਂਦੇ ਆਪਾਂ ਸਰਹੰਦ ਦਾ, ਤੁਸੀਂ ਸਰਹੰਦ ਦੀ ਕਿਤਾਬ ਦੇ ਉੱਤੇ ਇਹਨਾਂ 'ਤੇ ਵੀ ਛੋਟੇ ਸਾਹਿਬਜ਼ਾਦਿਆਂ ਉੱਤੇ ਵੀ ਪੇਂਟਿੰਗ ਤੁਹਾਡੀਆਂ ਬਣੀਆਂ ਹੋਈਆਂ ਨੇ। ਕੀ ਜਿਹੜਾ ਦਿਮਾਗ 'ਚ ਆਉਂਦਾ, ਫਿਰ ਕੀ ਖੋਜ ਕਰਦੇ ਹੋ ਉਸ ਲਈ ਬਣਾਉਣ ਦੇ? ਪਹਿਲਾਂ ਇਹ ਹੈ ਜੀ, ਮੈਨੂੰ ਜਦੋਂ ਸਿੱਖ ਹਿਸਟਰੀ ਪੜ੍ਹਨ ਦਾ ਸ਼ੌਂਕ ਪੈ ਗਿਆ ਤਾਂ ਮੈਂ ਹਿਸਟਰੀ ਪੜ੍ਹਦਾ ਤਾਂ ਉਹਦੇ ਵਿੱਚ ਮੈਂ ਦੇਖਦਾ ਹਾਂ ਕਿ ਹੁਣ ਤੱਕ ਸਿੱਖ ਹਿਸਟਰੀ ਵਿੱਚ ਕੀ ਬਣਾਇਆ ਜਾ ਚੁੱਕਿਆ ਹੈ। ਜੋ ਨਹੀਂ ਬਣਾਇਆ ਜਾ ਚੁੱਕਿਆ ਉਹਨਾਂ ਨੂੰ ਮੈਂ ਚਿੱਤਰਨ ਦੀ ਕੋਸ਼ਿਸ਼ ਕਰਦਾ ਹਾਂ, ਕਿਉਂਕਿ ਸਿੱਖ ਹਿਸਟਰੀ ਦੇ ਹਾਲੇ ਬਹੁਤ ਥੋੜ੍ਹੇ ਪੱਖ ਪੇਸ਼ ਹੋਏ ਨੇ। ਜਿਹੜੇ ਪੱਖ ਰਹਿੰਦੇ ਹਨ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਨੂੰ ਬਣਾਇਆ ਜਾਵੇ। ਇਸ ਲਈ ਮੈਂ ਪੜ੍ਹ ਕੇ ਉਹ ਵਾਲੇ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਜਿਹੜੇ ਨਹੀਂ ਹਾਲੇ ਤੱਕ ਸਿੱਖ ਹਿਸਟਰੀ 'ਚ ਬਣਾਏ ਗਏ ਜੀ। ਮਤਲਬ ਜੇ ਇੱਕ ਪੇਂਟਿੰਗ ਦੀ ਨਾ ਸਾਹਿਬ ਗੱਲ ਕਰੀਏ ਤਾਂ ਉਹਦੇ ਲਈ ਕਿੰਨੀਆਂ ਕੁ ਜਿਹੜੀਆਂ ਕਿਤਾਬਾਂ ਜਾਂ ਕਿੰਨੇ ਕੁ ਜਿਹੜਾ ਹਾਰਡ ਵਰਕ ਕਰਨਾ ਪੈ ਜਾਂਦਾ ਪੜ੍ਹਾਈ ਦੇ ਉੱਤੇ ਲੈ ਕੇ? ਇਹ ਤਾਂ ਹਰੇਕ ਚਿੱਤਰ ਦੇ ਉੱਤੇ ਹੁੰਦਾ ਜੀ। ਜਦੋਂ ਆਪਾਂ ਪੜ੍ਹਦੇ ਹਾਂ, ਕਈ ਤਾਂ ਸਰੋਤਾਂ 'ਚ ਸੌਖੀ ਮਿਲ ਜਾਂਦੀ ਹੈ ਚੀਜ਼, ਕਈ ਵਾਰ ਇਹੋ ਜਿਹਾ ਵਿਸ਼ਾ ਹੁੰਦਾ ਕਿ ਸਰੋਤਾਂ 'ਚ ਵੀ ਲੱਭਣਾ ਔਖਾ ਹੋ ਜਾਂਦਾ, ਉਹਦੇ ਬਾਰੇ ਕਿਤਾਬਾਂ ਵੀ ਘੱਟ ਹੁੰਦੀਆਂ ਨੇ। ਫਿਰ ਉਦੋਂ ਬਾਅਦ ਇਹ ਦੇਖੀਦਾ ਵੀ ਉਹਨੂੰ ਪੇਸ਼ ਕਿਵੇਂ ਕੀਤਾ ਜਾਵੇ, ਤਾਂ ਉਹਦੇ ਬਾਰੇ ਜਿਵੇਂ ਹੁਣ ਲਾਹੌਰ ਦੇ ਮਨੋਂ ਆਪਾਂ ਕੋਈ ਸੀਨ ਬਣਾਉਣਾ ਹੈ, ਮਹਾਰਾਜਾ ਰਣਜੀਤ ਸਿੰਘ ਦਾ ਅਗਸਤ ਸ਼ੌਫਟ ਦੀ ਬਹੁਤ ਅੰਗਰੇਜ਼ ਨੇ ਮਹਾਰਾਜਾ ਸ਼ੇਰ ਸਿੰਘ ਦੇ ਟਾਈਮ ਆਇਆ ਸੀ, ਉਹਨੇ ਪੇਂਟਿੰਗ ਬਹੁਤ ਵਧੀਆ ਪੇਂਟਿੰਗ ਬਣਾਈ ਹੈ। ਮੈਂ ਬਹੁਤ ਵਧੀਆ ਪੇਂਟਿੰਗਾਂ 'ਚ ਮੰਨਦਾ ਹਾਂ, ਪਰ ਉਹਦੇ ਵਿੱਚ ਇੱਕ ਉਹ ਕਮੀ ਰਹਿ ਗਈ ਕਿ ਉਸਨੇ ਜੋ ਦਰਬਾਰ ਦਾ ਬਣਾਇਆ ਹੈ ਉਹ ਠੀਕ ਨਹੀਂ ਹੈ। ਅਸਲੀ ਬਿਲਡਿੰਗ ਹੋਰ ਤਰ੍ਹਾਂ ਦੀ ਹੈ, ਉਹਨੇ ਬਹੁਤ ਵੱਡੀਆਂ ਵੱਡੀਆਂ ਡਾਟਾਂ ਉੱਚੀਆਂ ਕਰਕੇ ਬਣਾਈਆਂ ਨੇ, ਪਰ ਅਸਲ ਬਿਲਡਿੰਗ ਦੀਆਂ ਬਹੁਤ ਛੋਟੀਆਂ ਡਾਟਾਂ ਨੇ। ਉਹਨੂੰ 8 ਦਰਾ ਕਿਹਾ ਜਾਂਦਾ, ਹੁਣ ਵੀ ਲਾਹੌਰ ਦੇ ਵਿੱਚ ਹੈ। ਮੈਂ ਪੇਂਟਿੰਗ ਉਹ ਬਣਾਈ ਸੀ, ਉਹਦੇ ਵਿੱਚ ਮੈਂ ਉਹੀ 8 ਦਰੇ ਨੂੰ ਸਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਦਾ ਕੰਮ ਕਰਨ ਲਈ ਕਈ ਵਾਰ ਤੁਹਾਨੂੰ ਲੱਭਣਾ ਕਾਫੀ ਪੈਂਦਾ, ਕਿਉਂਕਿ ਹੁਣ ਲਾਹੌਰ ਆਪਾਂ ਜਾ ਨਹੀਂ ਸਕਦੇ। ਲਾਹੌਰ ਦੀਆਂ ਪੇਂਟਿੰਗਾਂ ਜੇ ਨੈੱਟ ਨੁੱਟ ਵਗੈਰਾ 'ਤੇ ਮਿਲ ਗਈ ਤਾਂ ਬਣ ਜਾਂਦੀ ਹੈ, ਨਹੀਂ ਫਿਰ ਕਈ ਵਾਰ ਮੁਸ਼ਕਿਲ ਹੁੰਦੀ ਹੈ ਜੀ। ਕੋਈ ਸੌਖਾ ਵੀ ਮਿਲ ਜਾਂਦਾ ਵਿਸ਼ਾ, ਕਈ ਵਾਰ ਥੋੜ੍ਹਾ ਮਿਹਨਤ ਵੀ ਕਰਨੀ। ਉਹ ਵੀ ਇੰਸੀਡੈਂਟ ਹੋਇਆ ਸੀ ਕਿ ਤੁਹਾਡੀਆਂ ਤਸਵੀਰਾਂ ਜਿਹੜੀਆਂ ਨੇ ਉਹ ਪੈਰਿਸ 'ਚ ਲੱਗੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ, ਕੁਝ ਤਸਵੀਰਾਂ ਤੁਹਾਡੀਆਂ ਵੀ ਸੀ ਵਿੱਚੋਂ ਬਣਾਈਆਂ ਹੋਈਆਂ, ਅਤੇ ਤੁਹਾਨੂੰ ਉਸ ਬਾਰੇ ਪਤਾ ਵੀ ਨਹੀਂ ਸੀ। ਇਹ ਵੀ ਸਾਨੂੰ ਸੁਣਨ ਨੂੰ ਮਿਲਿਆ ਸੀ ਕਿ ਬਾਅਦ 'ਚੋਂ ਹੀ ਪਤਾ ਲੱਗਿਆ ਤੇ ਤਸਵੀਰਾਂ ਉੱਥੇ ਤੱਕ ਪਹੁੰਚ ਗਈਆਂ। ਫਿਰ ਉਹ ਪਹੁੰਚੀਆਂ ਕਿਵੇਂ, ਉੱਥੇ ਕਿਵੇਂ ਲੱਗਿਆ? ਨਹੀਂ, ਅਸਲ ਮੈਂ ਇਹ ਗੱਲ ਸੀ ਵੀ ਮੇਰੇ ਤੋਂ ਸਰਦਾਰ ਨਵਜੋਤਪਾਲ ਸਿੰਘ ਰੰਧਾਵਾ ਬਣਵਾਉਂਦੇ ਹੁੰਦੇ ਸੀ। ਉਹਨਾਂ ਨੇ ਜਦੋਂ ਪੰਜਾਬ ਸਰਕਾਰ ਦਾ ਫਰਾਂਸ ਸਰਕਾਰ ਨਾਲ ਸਮਝੌਤਾ ਹੋਇਆ ਕਿ ਆਪਣੇ ਜਰਨੈਲ ਦੀ ਆਪਾਂ ਇੱਕ ਮੂਰਤੀ ਉੱਥੇ ਲਗਾਈ ਜਾਵੇ,
ਤਾਂ ਉਸ ਦੇ ਨਾਲ ਸਰਦਾਰ ਨਵਜੋਤਪਾਲ ਸਿੰਘ ਰੰਧਾਵਾ ਦਾ ਇਹ ਵਿਚਾਰ ਸੀਗਾ ਕਿ ਆਪਾਂ ਪੇਂਟਿੰਗਾਂ ਵੀ ਉੱਥੇ ਲਾਈਏ। ਤਾਂ ਉਹ ਕਾਹਲੀ ਵਿੱਚ ਕੰਮ ਹੋਇਆ, ਤਾਂ ਫਿਰ ਉਦੋਂ ਸਮਾਂ ਨਹੀਂ ਮਿਲ ਸਕਿਆ। ਤਾਂ ਮੈਨੂੰ ਸਮੇਂ 'ਤੇ ਹੀ ਪਤਾ ਲੱਗਿਆ ਕਿ ਆਪਣਾ ਇੱਕ ਕੰਮ ਪੈਰਿਸ ਪਹੁੰਚ ਚੁੱਕਿਆ ਹੈ। ਕਿਹੜੀਆਂ ਸੀਗੀਆਂ ਪੇਂਟਿੰਗ, ਕਿਸ ਤਰੀਕੇ ਦੀਆਂ? ਉਸ ਦੇ ਨਾਲ ਰਣਜੀਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਪੇਂਟਿੰਗਾਂ ਸੀਗੀਆਂ ਜੀ, ਵੱਖ-ਵੱਖ ਪੇਂਟਿੰਗਾਂ ਜੀ। ਉਹਦੇ ਵਿੱਚ ਰਣਜੀਤ ਸਿੰਘ ਦੇ ਜੀਵਨ ਦੀਆਂ, ਕੋਈ ਮਤਲਬ ਮੁਲਤਾਨ ਦੀ ਫਤਿਹ ਦੀ, ਜਾਂ ਹਰੀ ਸਿੰਘ ਨਲੂਏ ਦੀ ਹੋ ਗਈ, ਇਹ ਵੱਖ-ਵੱਖ ਸਮਿਆਂ ਦੀਆਂ ਪੇਂਟਿੰਗਾਂ ਸੀਗੀਆਂ ਜੀ ਰਣਜੀਤ ਸਿੰਘ ਦੇ ਨਾਲ ਸੰਬੰਧਿਤ। ਅੱਛਾ, ਕਿਤਾਬਾਂ ਦੀ ਤੁਹਾਡੀ ਗੱਲ ਕਰ ਲੈਂਦੇ ਹਾਂ। ਅਨੰਦਪੁਰ ਸਾਹਿਬ ਦੀ ਮੈਂ ਪਹਿਲਾਂ ਚਰਚਾ ਕੀਤੀ ਸੀ ਕਿ ਅਨੰਦਪੁਰ ਸਾਹਿਬ ਦੀ ਤੁਹਾਡੀ ਇੱਕ ਜਿਹੜੀ ਐਸੀ ਕਿਤਾਬ ਆ, ਇਕਲੌਤੀ ਮੈਂ ਕਿਤਾਬ ਕਹਾਂਗਾ ਜਿਹੜੀ ਹੁਣ ਤੱਕ ਪੇਂਟਿੰਗ ਦੇ ਵਿੱਚ ਬਣੀ ਹੋਈ ਆ, ਪੂਰਾ ਇਤਿਹਾਸ ਦਿਖਾਉਂਦੀ ਆ, ਦਰਸਾਉਂਦੀ ਆ ਵੀ ਕਿਸ ਤਰੀਕੇ ਦਾ ਰਿਹਾ। ਉਹ ਕਨਸੈਪਟ ਕਿਵੇਂ ਦਿਮਾਗ 'ਚ ਆਇਆ ਕਿ ਅਨੰਦਪੁਰ ਸਾਹਿਬ ਤੇ ਵਰਕ ਕੀਤਾ ਜਾਵੇ? ਜਦੋਂ ਖਾਲਸੇ ਦਾ 300 ਸਾਲਾ ਮਨਾਇਆ ਜੀ, ਉਸ ਸਮੇਂ ਮੇਰੇ ਮਨ ਵਿੱਚ ਵੀ ਆਈ ਉਮੰਗ ਉੱਠੀ ਵੀ ਆਪਾਂ ਵੀ ਸਿੱਖ ਹਿਸਟਰੀ ਬਾਰੇ ਕੁਝ ਕਰੀਏ। ਤਾਂ ਮੇਰੇ ਵਿਚਾਰ ਆਇਆ ਕਿ ਅਨੰਦਪੁਰ ਸਾਹਿਬ 'ਤੇ ਹੀ ਕਿਉਂ ਨਾ ਕੀਤਾ ਜਾਵੇ ਕੰਮ। ਅਨੰਦਪੁਰ ਸਾਹਿਬ 'ਤੇ ਬਹੁਤ ਘੱਟ ਤਸਵੀਰਾਂ ਮਿਲਦੀਆਂ ਸਨ, ਇਸ ਲਈ ਮੈਂ ਪੂਰਾ ਸਕੈਚ ਤਿਆਰ ਕੀਤੇ ਅਨੰਦਪੁਰ ਸਾਹਿਬ ਵਸਾਉਣ ਤੋਂ ਲੈ ਕੇ ਗੁਰੂ ਸਾਹਿਬ ਦੇ ਛੱਡਣ ਤੱਕ। ਉਹਦੇ ਵਿੱਚ ਮੈਂ ਸਾਰੇ ਉਹ ਸਕੈਚ ਬਣਾ ਕੇ ਰੱਖੇ ਜੀ, ਪਰ ਉਦੋਂ ਮੈਂ ਕੰਮ ਪੂਰਾ ਨਹੀਂ ਕਰ ਸਕਿਆ ਕਿਸੇ ਕਾਰਨ। ਤਾਂ ਬਾਅਦ ਵਿੱਚ ਫਿਰ ਪੰਜਾਬ ਸਰਕਾਰ ਵੱਲੋਂ ਜਾਂ ਡਾਇਰੈਕਟਰ ਕਲਚਰ ਵੱਲੋਂ ਫਿਰ ਮੈਨੂੰ ਜਦੋਂ ਹਰੀ ਝੰਡੀ ਹੋਈ ਜੀ, ਤਾਂ ਫਿਰ ਮੈਂ ਉਹਨਾਂ ਨੂੰ ਪੂਰਾ ਕਰਕੇ ਫਿਰ ਉਹ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ਿਤ ਹੋਈ ਜੀ। ਤੁਸੀਂ ਬਹੁਤ ਜਿਹੜੀ ਹੈ ਉਹਦਾ ਉਹ ਕਿਤਾਬ ਬਣਾਈ, ਉਸ ਲਈ ਵੀ ਕਾਫੀ ਰਿਸਰਚ ਕਰਨੀ ਪਈ, ਅਨੰਦਪੁਰ ਸਾਹਿਬ ਜਾ ਕੇ ਬਿਲਡਿੰਗਾਂ ਦੇਖਣੇ। ਉਹਦੇ ਲਈ ਮੈਂ ਬਕਾਇਦਾ ਸਾਰੇ ਸੋਰਸ ਪੜ੍ਹੇ, ਉਹਨਾਂ ਦੀ ਪਹਿਲਾਂ ਹਿਸਟਰੀ ਲਿਖੀ, ਫਿਰ ਹਿਸਟਰੀ ਦੇ ਹਿਸਾਬ ਨਾਲ ਫਿਰ ਮੈਂ ਇਕੱਲੇ ਸਕੈਚ ਬਣਾਏ। ਕਾਫੀ ਸਮਾਂ ਲੱਗਿਆ ਉਹਨਾਂ ਦੇ ਬਣਾਉਣ ਦੇ ਲਈ ਜੀ। ਉਹ ਕਿਹੜੀਆਂ ਜਿਹੜੀਆਂ ਤੁਹਾਡੀਆਂ ਇਦਾਂ ਹੀ ਸਕੈਚ ਬੁੱਕਸ ਨੇ ਜਿਹੜੀਆਂ, ਜੇ ਕਹਾਂ ਹਿਸਟਰੀ ਨੂੰ ਲੈ ਕੇ, ਜਿਹੜੀਆਂ ਪ੍ਰਚਲਿਤ ਨੇ? ਫਿਰ ਉਸ ਤੋਂ ਬਾਅਦ ਗੋਲਡਨ ਪਲਾਜ਼ਾ ਸਰਕਾਰ ਨੇ ਬਣਾਉਣ ਦੀ ਸੋਚੀ, ਤਾਂ ਹੈਰੀਟੇਜ ਸਟਰੀਟ ਤੇ ਗੋਲਡਨ ਪਲਾਜ਼ਾ ਜਦੋਂ ਬਣ ਰਿਹਾ ਸੀ, ਤਾਂ ਉਸ ਸਮੇਂ ਮੇਰੇ ਮਨ ਵਿੱਚ ਆਇਆ ਕਿ ਕਿਉਂਕਿ ਅਨੰਦਪੁਰ ਸਾਹਿਬ ਦੇ ਨਾਲ ਵਾਂਗ ਸ਼੍ਰੀ ਅੰਮ੍ਰਿਤਸਰ ਸਾਹਿਬ 'ਤੇ ਵੀ ਕੰਮ ਕੀਤਾ ਜਾਵੇ। ਪਹਿਲਾਂ ਮੈਂ ਪੜ੍ਹਿਆ ਹੋਇਆ ਉਹਨਾਂ 'ਤੇ ਸੀਗਾ, ਤਾਂ ਫਿਰ ਉਹਦੇ ਲਈ ਵੀ ਮੈਂ 25 ਸਕੈਚ ਤਿਆਰ ਕੀਤੇ ਜੀ। ਉਹ ਇਕੱਲੇ ਸਕੈਚ ਹੀ ਆ, ਉਹਨਾਂ 'ਚ ਰੰਗ ਵਗੈਰਾ ਨਹੀਂ ਹੈ ਜੀ। ਉਹ ਵੀ ਪੰਜਾਬ ਸਰਕਾਰ ਵੱਲੋਂ ਛਾਪੇ ਗਏ, ਅਤੇ ਗੋਲਡਨ ਪਲਾਜ਼ਾ ਦੇ ਉਦਘਾਟਨ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦਾ ਉੱਥੇ ਜਾਰੀ ਕੀਤਾ ਉਹਨਾਂ ਨੂੰ ਜੀ। ਲਿਖਣ 'ਚ ਕਿਹੜੀਆਂ ਕਿਤਾਬਾਂ ਨੇ? ਲਿਖਣ ਵਿੱਚ ਅਸਲ ਮੈਂ ਪਹਿਲਾਂ ਲਿਖੀ ਜੀ, ਆਪਣੇ ਇੱਕ ਸ਼ਹਿਰ ਦੇ ਉੱਤੇ ਕਿਤਾਬ ਲਿਖੀ ਜੀ, ਮੰਡੀ ਗੋਬਿੰਦਗੜ੍ਹ ਦੀ ਹਿਸਟਰੀ ਇਕੱਠੀ ਕਰਕੇ। ਫਿਰ ਮੈਂ ਸੋਚਿਆ ਕਿ ਆਪਣੇ ਜ਼ਿਲ੍ਹੇ ਬਾਰੇ ਕੀਤਾ ਜਾਵੇ ਇਹੀ ਕੰਮ। ਤਾਂ ਮੈਂ ਫਤਿਹਗੜ੍ਹ ਜ਼ਿਲ੍ਹੇ ਦੇ ਪਿੰਡ, ਸ਼ਹਿਰ ਅਤੇ ਕਸਬਿਆਂ ਦਾ ਇਤਿਹਾਸ ਇਕੱਠਾ ਕੀਤਾ, ਜਿਹਦੇ ਵਿੱਚ 100 ਦੇ ਕਰੀਬ ਪਿੰਡ, ਸ਼ਹਿਰ, ਕਸਬਿਆਂ ਦਾ ਇਤਿਹਾਸ ਮੈਂ ਇਕੱਠਾ ਕੀਤਾ ਜੀ। ਅਤੇ ਉਸ ਤੋਂ ਬਾਅਦ ਫਿਰ ਮੈਂ ਇੱਕ ਸਰਹੰਦ ਬਾਰੇ ਕਿਤਾਬ ਲਿਖੀ ਹੈ, ਸਰਹੰਦ ਤੋਂ ਫਤਿਹਗੜ੍ਹ ਤੱਕ। ਉਸ ਵਿੱਚ ਮੈਂ ਦਰਸਾਇਆ ਕਿ ਸਰਹੰਦ ਕਿਵੇਂ ਵਸਾਈ ਗਈ, ਕਿਵੇਂ ਸ਼ਹੀਦੀ ਸਾਕਾ ਹੋਇਆ, ਉਸ ਤੋਂ ਬਾਅਦ ਸਰਹੰਦ ਕਿਵੇਂ ਸਿੱਖਾਂ ਨੇ ਉਜਾੜੀ ਜੀ। ਉਹਦੇ ਬਾਰੇ ਸਾਰੇ ਬਿਰਤਾਂਤ ਮੈਂ ਦਿੱਤੇ ਸੀ, ਜੋ ਸੰਗਤਾਂ ਨੇ ਬਹੁਤ ਪਸੰਦ ਕੀਤੀ ਜੀ। ਮਿਹਨਤ ਜਿਹੜਾ ਆਰਟਿਸਟ ਕਰਦਾ, ਇੱਕ ਹੁਣ ਥੋੜ੍ਹੇ ਜਿਹਾ ਆਪਾਂ ਦੂਜਾ ਪੱਖ ਵੀ ਇਹਦਾ ਦੇਖ ਲਈਏ। ਹੁਣ ਤੱਕ ਤਾਂ ਥੋੜ੍ਹੀ ਪੇਂਟਿੰਗਾਂ ਦੀ ਅਸੀਂ ਗੱਲ ਕਰ ਰਹੇ ਹਾਂ, ਆਰਟਿਸਟ ਮਿਹਨਤ ਕਰਦਾ। ਕੀ ਲੱਗਦਾ ਕਿ ਆਰਟਿਸਟ ਨੂੰ ਮਿਹਨਤ ਅੱਜ ਦੇ ਟਾਈਮ 'ਚ ਮਿਲਦਾ ਹੈ? ਇੱਕ ਜਾਂ ਪੇਂਟਿੰਗ ਬਣਾਉਂਦੇ ਹੋ ਤੁਸੀਂ, ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਕਿ ਇੱਕ ਪੇਂਟਿੰਗ ਦੇ ਉੱਤੇ ਕਿੰਨਾ ਕੁ ਖਰਚਾ ਆ ਜਾਂਦਾ? ਇੱਕ ਨਹੀਂ ਜੀ, ਖਰਚੇ ਨਾਲੋਂ ਵੱਧ ਮਿਹਨਤ ਵੱਧ ਹੈ ਜੀ, ਸਮਾਂ ਬਹੁਤ ਜ਼ਿਆਦਾ ਲੱਗਦਾ ਹੈ। ਅਸਲ ਵਿੱਚ ਆਮ ਬੰਦਾ ਵੀ ਦੇਖਦਾ ਵੀ ਪੇਂਟਿੰਗ ਬਣਾਉਣ 'ਤੇ ਜੋ ਸਮਾਂ ਲੱਗਦਾ ਹੈ, ਪਰ ਉਹਦੇ ਪਿੱਛੇ ਪੜ੍ਹਨ 'ਤੇ ਕਰਨ 'ਤੇ ਜੋ ਵੀ ਅਸੀਂ ਇੱਕ ਲੰਬਾ ਇੱਕ ਰਿਸਰਚ ਵਰਕ ਹੁੰਦਾ ਜੀ, ਉਸਦੇ ਬਾਰੇ ਅਗਲਾ ਆਮ ਜੋ ਬਣਾਉਂਦਾ ਪੇਂਟਿੰਗ ਉਹਨੂੰ ਵੀ ਨਹੀਂ ਪਤਾ ਹੁੰਦਾ। ਪਰ ਸਿੱਖ ਹਿਸਟਰੀ ਦੇ ਵਿੱਚ ਕਿਉਂਕਿ ਬਹੁਤ ਘੱਟ ਆਪਣੇ ਲੋਕ ਜਾਗਰੂਕ ਨੇ, ਅਤੇ ਬਹੁਤ ਘੱਟ ਸੰਸਥਾਵਾਂ ਹੈ। ਹੁਣ ਜੋ ਮਿਊਜ਼ੀਅਮ ਵਗੈਰਾ ਵੀ ਸੀ ਉਹ ਵੀ ਬਣ ਚੁੱਕੇ ਨੇ, ਹੁਣ ਬਹੁਤ ਘੱਟ ਇਸ ਦੇ ਵਿੱਚ ਉਹ ਹੈ, ਤਾਂ ਮਤਲਬ ਮਿਹਨਤ ਘੱਟ ਪੱਲੇ ਪੈਂਦੀ ਹੈ ਜੀ ਇਹ ਕੰਮ 'ਚ। ਮਤਲਬ ਆਰਟਿਸਟ ਦੀ ਓਵਰਆਲ ਵੀ ਆਰਟਿਸਟ ਜੇ ਚਾਹਵੇ, ਜਿਵੇਂ ਤੁਸੀਂ ਆਪਣੇ ਇੰਨੇ ਵਧੀਆ ਬਣਾਉਂਦੇ ਹੋ, ਜੇ ਕਿਤੇ ਸੇਲ ਵੀ ਅਸੀਂ ਕਰਨ ਨੂੰ ਜਾਂਦੇ ਹਾਂ, ਕੀ ਹੈ ਕੋਈ ਚਾਹਵਾਨ ਲੋਕ ਮਿਲਦੇ ਨੇ, ਜਾਂ ਸਿਰਫ ਗੱਲਾਂ ਹੀ ਰਹਿ ਗਈਆਂ ਕਿ ਮਿਊਜ਼ੀਅਮਾਂ 'ਚ ਲੱਗੀਆਂ ਸੋਹਣੀਆਂ ਲੱਗਦੀਆਂ? ਨਹੀਂ, ਚਲੋ ਇਹੋ ਜਿਹੀ ਗੱਲ ਨਹੀਂ, ਪਰ ਮਤਲਬ ਜੇ ਓਵਰਆਲ ਦੇਖੋ ਤਾਂ ਮਤਲਬ ਇਸ ਗੱਲ ਦੀ ਕਦਰ ਘੱਟੇ ਹੈ ਜੀ। ਕੁਛ ਕੁ ਆਰਟਿਸਟਾਂ ਦਾ ਵਧੀਆ ਚੱਲੀ ਜਾ ਰਹੇ ਆ, ਕੋਈ ਐਸੀ ਗੱਲ ਨਹੀਂ ਹੈ ਕਦਰਦਾਨ, ਪਰ ਬਹੁਤ ਥੋੜ੍ਹੇ ਨੇ ਪੰਜਾਬ 'ਚ ਜੀ। ਹੁਣ ਤੁਹਾਡੇ ਆਪਣੇ ਘਰ ਵੱਲ ਆਉਂਦੇ ਆ, ਪਰਿਵਾਰ ਵੱਲ ਆਉਂਦੇ ਆ, ਜਾਂ ਤੁਸੀਂ ਇਸ ਪਾਸੇ ਨੂੰ ਤੁਰੇ ਆ? ਕਿਉਂਕਿ ਅੱਜ ਦਾ ਟਾਈਮ ਸੀ ਕਿ ਹਰ ਕੋਈ ਬੱਚਾ ਕਹਿੰਦਾ ਸੀ ਵੀ ਸਾਡਾ ਬੱਚਾ ਇੰਜੀਨੀਅਰ ਬਣੇ ਜਾਂ ਕੁਛ ਹੋਰ ਜਾਵੇ, ਡਾਕਟਰ ਬਣੇ ਹੋਵੇ। ਤਾਂ ਫਿਰ ਮਾਂ-ਬਾਪ ਦੀ ਕਿਵੇਂ ਦੀ ਸਪੋਰਟ ਰਹੀ ਇਸ ਪੇਂਟਿੰਗ ਨੂੰ? ਨਹੀਂ, ਮਾਤਾ ਪਿਤਾ ਜੀ ਨੇ ਤਾਂ ਪਹਿਲਾਂ ਤੋਂ ਹੀ ਸਪੋਰਟ ਵਧੀਆ ਕੀਤਾ, ਪਰ ਕਿਉਂਕਿ ਇਹ ਫੀਲਡ 'ਚ ਸਿੱਖ ਹਿਸਟਰੀ ਦੇ ਵਿੱਚ ਥੋੜ੍ਹਾ ਜਿਹਾ ਘੱਟ ਸਕੋਪ ਹੈ, ਇਸ ਲਈ ਉਹਨਾਂ ਦਾ ਥੋੜ੍ਹਾ ਜਿਹਾ ਚਲੋ ਮਨ 'ਚ ਤੌਖਲਾ ਤਾਂ ਹੁੰਦਾ ਹੀ ਹੈ। ਪਰ ਫਿਰ ਵੀ ਜਦੋਂ ਮੈਂ ਇਹ ਕੰਮ 'ਚ ਆਇਆ, ਤਾਂ ਜਿਵੇਂ ਜਿਵੇਂ ਸੰਗਤਾਂ ਨੇ ਪਸੰਦ ਕੀਤਾ, ਤਾਂ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਜੀ ਇਸ ਕੰਮ 'ਤੇ। ਬਾਕੀ ਚਲੋ ਜਦੋਂ ਆਪਾਂ ਸਿੱਖ ਹਿਸਟਰੀ 'ਚ ਪੈਰ ਰੱਖ ਲਿਆ ਤਾਂ ਘਾਟਾ ਵਾਧਾ ਫਿਰ ਕੀ ਦੇਖਣਾ ਜੀ। ਠੀਕ
ਕਲਾਸਿਕ ਹਿਸਟਰੀ 'ਚ ਪੈਰ ਰੱਖ ਲਿਆ ਆ, ਪਰ ਕਈ ਵਾਰ ਅਸੀਂ ਜਦ ਕੋਈ ਪੇਂਟਿੰਗ ਬਣਾਉਂਦੇ ਹਾਂ, ਆਮ ਕਰਕੇ ਅਸੀਂ ਫਿਲਮਾਂ ਵੀ ਦੇਖਦੇ ਹਾਂ ਬਣਦੇ ਆ, ਤਾਂ ਬਹੁਤ ਸਾਰੇ ਜਿਹੜੇ ਐਸੇ ਲੋਕ ਆ ਜਾਂਦੇ ਆ ਉੱਠ ਕੇ ਜਿਹੜੇ ਕਿੰਤੂ ਪਰੰਤੂ ਕਰ ਦਿੰਦੇ ਆ। ਕਦੇ ਕਿਸੇ ਪੇਂਟਿੰਗ ਨੂੰ ਲੈ ਕੇ ਹੋਇਆ ਕਿੰਤੂ ਪਰੰਤੂ ਕੀਤੀ ਗਈ ਵੀ ਨਹੀਂ ਯਾਰ ਆਹ ਸਹੀ ਨਹੀਂ ਤੁਸੀਂ ਬਣਾਈ, ਸਿੱਖ ਹਿਸਟਰੀ ਨਾਲ ਹੀ ਮਿਲਦੀ, ਜਾਂ ਗੁਰੂ ਸਾਹਿਬ ਇਹੋ ਜਿਹੇ ਨਹੀਂ ਸੀ, ਇਹੋ ਜਿਹੇ ਕੱਪੜੇ ਨਹੀਂ ਸੀ, ਜਿਹੋ ਜਿਹਾ ਉਹ ਨਹੀਂ ਸੀ। ਨਹੀਂ, ਐਸਾ ਵੈਸੇ ਅਜੇ ਤੱਕ ਤਾਂ ਕੋਈ ਨਹੀਂ ਹੋਇਆ, ਪਰ ਇਹ ਸੋਸ਼ਲ ਮੀਡੀਆ ਤੇ ਹੀ ਹੁੰਦਾ ਹੈ ਜੀ। ਜ਼ਿਆਦਾਤਰ ਇਹ ਸੋਸ਼ਲ ਮੀਡੀਆ ਤੇ ਆਮ ਤੌਰ ਤੇ ਬਹੁਤ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਪੜ੍ਹਿਆ ਲਿਖਿਆ ਹੁੰਦਾ ਹੈ। ਸੋਸ਼ਲ ਮੀਡੀਆ ਤੇ ਇੱਕ ਨੇ ਜੋ ਕਮੈਂਟ ਕਰ ਦਿੱਤਾ ਉਹਦੇ ਉੱਤੇ ਹੀ ਬਸ ਸਾਰੇ ਲੱਗ ਜਾਂਦੇ ਨੇ। ਪਰ ਮੇਰੀ ਕੋਸ਼ਿਸ਼ ਰਹਿੰਦੀ ਹੈ ਵੀ ਜਦੋਂ ਮੈਂ ਪੜ੍ਹਦਾ ਕਰਦਾ, ਜਿਵੇਂ ਮੈਂ ਗੁਰੂ ਸਾਹਿਬ ਤੇ ਇੱਕ ਬੁੱਕ ਮੇਰੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਤੇ ਵੀ ਹੈ ਜੀ, ਮੈਂ ਉਹ ਅਸਲ ਵਿੱਚ ਲੱਗਿਆ ਸੀ ਵੀ ਪੇਂਟਿੰਗਾਂ ਬਣਾਉਣ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦੇ ਪਹਿਰਾਵੇ ਦੇਖਾਂ, ਸ਼ਸਤਰ ਵਸਤਰ ਕਿਹੋ ਜਿਹੇ ਪਹਿਨਦੇ ਸੀਗੇ। ਇਸ ਲਈ ਮੈਂ ਖੋਜਬੀਨ ਕੀਤੀ ਤਾਂ ਮੇਰੇ ਕੋਲ ਕਾਫੀ 100 ਸਵਾ 100 ਦੇ ਕਰੀਬ ਪਿਕਚਰਸ ਤੇ ਮੈਟਰ ਇਕੱਠਾ ਹੋਇਆ ਵੀ ਜਿਸ ਦੇ ਵਿੱਚ ਮੈਂ ਫਿਰ ਉਸ ਨੂੰ ਇੱਕ ਪੁਸਤਕ ਦਾ ਰੂਪ ਦਿੱਤਾ, ਜਿਸ ਵਿੱਚ ਮੈਂ ਗੁਰੂ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ 100 ਦੇ ਕਰੀਬ ਨਿਸ਼ਾਨੀਆਂ ਦਾ ਬਿਰਤਾਂਤ ਦਿੱਤਾ ਹੈ। ਕਿੱਥੇ ਕਿਹਨੂੰ ਦਿੱਤੀ, ਇਸ ਸਮੇਂ ਕਿੱਥੇ ਪਈ ਹੈ ਜੀ, ਉਹਨਾਂ ਦਾ ਜੇ ਕੋਈ ਨਾਪ ਵਗੈਰਾ ਜੋ ਵੀ ਮਿਲਿਆ ਉਹ ਦਿੱਤਾ ਹੈ ਜੀ। ਮੈਂ ਉਹ ਬੁੱਕ ਵੀ ਮੇਰੀ ਛਪ ਚੁੱਕੀ ਹੈ ਜੀ। ਪੂਰੀ ਡਿਟੇਲ ਦਿੱਤੀ ਗਈ ਆ ਲੱਭ ਕੇ ਵੀ ਕਿੱਥੇ ਗੁਰੂ ਸਾਹਿਬ ਨੇ ਕਿਸ ਨੂੰ ਜਿਹੜੀ ਆ ਉਹ ਚੀਜ਼ ਅਰਪਿਤ ਕੀਤੀ, ਜਾਂ ਉਹ ਚੀਜ਼ ਹੁਣ ਕਿੱਥੇ ਪਈ ਆ। ਜੇਕਰ ਅਸੀਂ ਉੱਥੇ ਤੱਕ ਜਾਣਾ ਹੋਵੇ ਤਾਂ ਥੋੜੀ ਕਿਤਾਬ ਪੜ੍ਹ ਕੇ ਮਤਲਬ ਉੱਥੇ ਬਿਲਕੁਲ ਜੀ, ਬਿਲਕੁਲ। ਉਹਦੇ ਵਿੱਚ ਲੋਕ ਉਹਨੂੰ ਵੀ ਸੰਗਤਾਂ ਨੇ ਬਹੁਤ ਪਸੰਦ ਕੀਤਾ ਜੀ, ਕਿਉਂਕਿ ਉਹਦੇ ਵਿੱਚ ਪੂਰਾ ਬਿਰਤਾਂਤ ਮਿਲ ਜਾਂਦਾ ਵੀ ਕਿਹੜੀ ਚੀਜ਼ ਕਿੱਥੇ ਪਈ ਆ। ਆਮ ਤੌਰ ਤੇ ਆਪਾਂ ਸੋਚ ਨਹੀਂ ਸਕਦੇ ਵੀ ਗੁਰੂ ਸਾਹਿਬ ਦੀਆਂ ਇੰਨੀਆਂ ਨਿਸ਼ਾਨੀਆਂ ਆਪਣੇ ਕੋਲ ਮੌਜੂਦ ਹੈ। ਉਹਦੇ ਵਿੱਚ ਮੈਂ ਦੇਖੇ ਵੀ ਚੋਲੇ ਕਿਹੋ ਜਿਹੇ ਆ ਗੁਰੂ ਸਾਹਿਬ ਪਹਿਨਦੇ ਸੀਗੇ, ਤੇ ਹੁਣ ਜੋ ਪੇਂਟਿੰਗਾਂ ਹੈ ਉਹਨਾਂ ਵਿੱਚ ਆਪਾਂ ਕਢਾਈ ਵਗੈਰਾ ਸੋਨੇ ਦੀ ਕਢਾਈ ਉੱਤੇ ਦਿਖਾਈ ਜਾਂਦੀ ਹੈ ਚੋਲਿਆਂ ਤੇ, ਪਰ ਗੁਰੂ ਸਾਹਿਬ ਦਾ ਕੋਈ ਵੀ ਚੋਲੇ ਦੇ ਉੱਤੇ ਉਸ ਸਮੇਂ ਮੁਗਲ ਕਾਲ ਦੇ ਵਿੱਚ ਚੋਲਿਆਂ ਦੇ ਉੱਤੇ ਕਢਾਈ ਦਾ ਰਿਵਾਜ ਹੀ ਨਹੀਂ ਸੀ ਅਸਲ ਵਿੱਚ ਜੀ। ਮਤਲਬ ਹੁਣ ਆਪਾਂ ਜੋ ਬਣਾ ਦਿੰਦੇ ਆ ਇਹ ਇੱਕ ਮਤਲਬ ਰਿਆਸਤੀ ਕਾਲ ਦਾ ਇੱਕ ਪ੍ਰਭਾਵ ਹੈ ਜੀ, ਜਿਹਦੇ ਵਿੱਚ ਆਪਾਂ ਕਿਉਂਕਿ ਗੁਰੂ ਸਾਹਿਬ ਨੂੰ ਆਪਾਂ ਮਹਾਰਾਜ ਕਹਿੰਦੇ ਆ, ਰਾਜਿਆਂ ਦੇ ਰਾਜੇ ਆ, ਉਹ ਸਾਡੇ ਲਈ ਸਭ ਕੁਝ ਹੈ, ਤਾਂ ਆਪਾਂ ਉਹ ਭਾਵਨਾ 'ਚ ਬਹਿ ਕੇ ਆਪਾਂ ਚੋਲਿਆਂ ਦੇ ਉੱਤੇ ਕਢਾਈ ਵਗੈਰਾ ਦਿਖਾ ਦਿੰਦੇ ਹਾਂ। ਹਾਂ, ਗੁਰੂ ਸਾਹਿਬ ਕਲਗੀ ਜ਼ਰੂਰ ਲਾਉਂਦੇ ਸੀ, ਪਰ ਉਸ ਸਮੇਂ ਦੇ ਮਤਲਬ ਪਹਿਰਾਵਾ ਦੇਖੋ ਤਾਂ ਗੁਰੂ ਸਾਹਿਬ ਦਾ ਉਹਦੇ 'ਤੇ ਕੋਈ ਚੋਲੇ 'ਤੇ ਕਢਾਈ ਵਗੈਰਾ ਨਹੀਂ ਸੀ ਹੁੰਦੀ। ਮਤਲਬ ਰਿਸਰਚ ਦੇ ਦੌਰਾਨ ਤੁਹਾਨੂੰ ਪਤਾ ਲੱਗਿਆ ਵੀ ਪਹਿਲਾਂ ਤਾਂ ਜਿਵੇਂ ਅਸੀਂ ਵੀ ਜਦ ਦੇਖਦੇ ਹਾਂ ਜਾਂ ਬਹੁਤ ਸਾਰੇ ਸਾਡੇ ਦਰਸ਼ਕ ਵੀ ਦੇਖਦੇ ਆ, ਤਾਂ ਉਹ ਜਿਹੜਾ ਗਲੇ ਦੇ ਉੱਤੇ ਕਢਾਈ ਕੀਤੀ ਹੁੰਦੀ ਆ ਜਾਂ ਚੋਲਾ ਲੰਬਾ ਪਾਇਆ ਹੁੰਦਾ, ਜਾਂ ਮਤਲਬ ਇਹ ਰੂਪ ਨਹੀਂ ਸੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਹੋਰ ਸੀ ਕੁਛ। ਹਾਂ, ਮੈਂ ਕੋਸ਼ਿਸ਼ ਇਹ ਕਰੀ ਦੀ ਆ, ਚਲੋ ਜ਼ਿਆਦਾ ਵੱਖ ਵੀ ਨਹੀਂ, ਪਰ ਇਹੋ ਜਿਹੀਆਂ ਚੀਜ਼ਾਂ ਤੇ ਛੋਟੀਆਂ ਚੀਜ਼ਾਂ ਤੇ ਮੈਂ ਫੋਕਸ ਕਰਨ ਦੀ ਕੋਸ਼ਿਸ਼ ਕਰਦਾ ਕਿ ਤਾਂ ਕਿ ਪਿਕਚਰ ਨੂੰ ਸਮਕਾਲੀ ਬਣਾਇਆ ਜਾ ਸਕੇ। ਮੈਂ ਪੁਰਾਣੇ ਚਿੱਤਰ ਦੇਖਦਾ ਜੀ, ਪੁਰਾਣੇ ਮਿਨੀਏਚਰ ਮੈਂ ਇਕੱਠੇ ਕੀਤੇ ਹਨ ਗੁਰੂ ਸਾਹਿਬ ਦੇ, ਜਾਂ ਹੋਰ ਵੀ ਇੱਕ ਮਿਨੀਏਚਰ ਕਿਵੇਂ ਪੇਂਟਿੰਗ ਦਾ ਰੂਪ ਕਿਵੇਂ ਬਦਲਦਾ ਗਿਆ। ਜਿਵੇਂ ਗੁਰੂ ਕਾਲ ਦੇ ਮੁਗਲ ਕਾਲੀ ਪਹਿਰਾਵੇ ਹੋਰ ਤਰ੍ਹਾਂ ਦੇ, ਰਿਆਸਤੀ ਕਾਲ ਦੇ ਪਹਿਰਾਵੇ ਹੋਰ ਤਰ੍ਹਾਂ ਦੇ ਨੇ, ਅੱਜ ਕੱਲ੍ਹ ਆਪਾਂ ਹੋਰ ਤਰ੍ਹਾਂ ਬਣਾਉਂਦੇ ਨੇ। ਮੈਂ ਉਹ ਸਾਰਿਆਂ ਨੂੰ ਪੁੰਨ ਛਾਣ ਕਰਕੇ ਪੇਂਟਿੰਗ ਬਣਾਉਣ ਦੀ, ਮੈਂ ਗੁਰੂ ਸਾਹਿਬ ਦੇ ਪੋਰਟਰੇਟ ਹੁਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਇਹ ਸਭ ਸਮਕਾਲੀ ਪ੍ਰਭਾਵ ਤਾਂ ਜਦੋਂ ਚਿੱਤਰਕਾਰ ਬਣਾਉਂਦਾ ਉਹਦੇ 'ਤੇ ਸਮਕਾਲ ਦਾ ਵੀ ਪ੍ਰਭਾਵ ਹੁੰਦਾ, ਵੀ ਉਸ ਸਮੇਂ ਦੇ ਪ੍ਰਭਾਵ ਪਹਿਰਾਵੇ ਦਾ ਜਾਂ ਹੋਰ ਉਹ ਦਿਮਾਗ 'ਤੇ ਇੱਕ ਛਾਪ ਰਹਿੰਦੀ ਹੈ। ਮੈਂ ਇਹ ਕੋਸ਼ਿਸ਼ ਕਰਦਾ ਕਿ ਉਹ ਬਿਲਕੁਲ ਨਾ ਕੀਤੀ ਜਾਵੇ, ਜਿਵੇਂ ਪੁਰਾਣਾ ਮਿਲਦਾ ਹੈ ਉਸ ਤਰ੍ਹਾਂ ਦਰਸਾਇਆ ਜਾਵੇ। ਛੇਤੀ ਮੈਂ ਇੱਕ ਗੁਰੂ ਸਾਹਿਬ 'ਤੇ ਵੀ ਇੱਕ ਬੁੱਕ ਬਣਾ ਰਿਹਾ ਇਸ ਪਹਿਲੀ ਕੋਈ ਵੀ ਪੇਂਟਿੰਗ ਜਾਂ ਤੁਸੀਂ ਬਣਾਉਣ ਲੱਗਦੇ ਹੋ, ਤੁਹਾਡੇ ਕੋਲ ਇੱਕ ਆਈਡੀਆ ਦਿਮਾਗ 'ਚ ਆਉਂਦਾ, ਤਾਂ ਸਭ ਤੋਂ ਪਹਿਲਾਂ ਕੀ ਜਿਹੜਾ ਚੀਜ਼ ਉਹਦੇ ਉੱਤੇ ਪਿੰਨ ਕਰਦੀ ਆ, ਜਾਂ ਇੱਕ ਚੀਜ਼ ਬਣ ਕੇ ਆਉਂਦੀ ਤੁਹਾਡੇ ਦਿਮਾਗ ਦੇ ਵਿੱਚ ਕਿ ਆਹ ਚੀਜ਼ ਮੈਨੂੰ ਜ਼ਰੂਰੀ ਡਿਟੇਲਿੰਗ ਚਾਹੀਦੀ ਹੈ ਜਾਂ ਆਹ ਚੀਜ਼ ਚਾਹੀਦੀ ਹੈ, ਤਾਂ ਕਾਗਜ਼ 'ਤੇ ਜਿਹੜੀ ਤਸਵੀਰ। ਨਹੀਂ, ਗੱਲ ਇਹ ਹੁੰਦੀ ਹੈ ਜੀ ਵੀ ਆਪਾਂ ਦਰਸਾਉਣਾ ਕੀ ਚਾਹੁੰਦੇ ਹਾਂ, ਪੇਂਟਿੰਗ ਦਾ ਕੇਂਦਰ ਬਿੰਦੂ ਕਿਹੜਾ ਜੀ, ਉਸ ਹਿਸਾਬ ਨਾਲ ਪੇਂਟਿੰਗ ਬਣਾਈ ਜਾਂਦੀ ਹੈ। ਜਦੋਂ ਆਪਾਂ ਗੁਰੂ ਸਾਹਿਬ ਦੀ ਕੋਈ ਪੇਂਟਿੰਗ ਦਿਖਾਉਂਦੇ ਉਹਦੇ ਵਿੱਚ ਇਹ ਦਿਖਾਉਣਾ ਹੁੰਦਾ ਵੀ ਕਿਹੜੀ ਚੀਜ਼ ਨੂੰ ਪੇਸ਼ ਕਰਨਾ ਹੈ, ਲੰਗਰ ਦੀ ਕੋਈ ਕਰ ਰਹੇ ਹਾਂ, ਕੋਈ ਸਾਖੀ ਪੇਸ਼ ਕਰ ਰਹੇ ਹਾਂ, ਉਸ ਹਿਸਾਬ ਨਾਲ ਸਾਰਾ ਵਾਤਾਵਰਨ ਬਣਾਇਆ ਜਾਂਦਾ ਜੀ। ਨਾ ਸਰ, ਕਦ ਲੱਗਿਆ ਤੁਹਾਡੇ ਮੁੜ ਤੋਂ ਜਾਈਏ ਅਸੀਂ, ਜਾਂ ਤੁਸੀਂ ਸ਼ੁਰੂ ਕੀਤਾ, ਕਦ ਲੱਗਿਆ ਤੁਹਾਡੀ ਕਿਸੇ ਪੇਂਟਿੰਗ ਨੇ ਤੁਹਾਡੇ ਦਿਲ ਨੂੰ ਲੱਗੀ ਵੀ ਹੁਣ ਲੱਗਿਆ ਕਿ ਹੁਣ ਮੈਂ ਵਾਕਈ ਜਿਹੜਾ ਪੇਂਟਰ ਬਣ ਚੁੱਕਿਆ, ਜਾਂ ਮੈਂ ਹੁਣ ਜਿਹੜੀ ਉਹ ਚਿਹਰੇ ਨੇ, ਜਿਹੜੇ ਚਿਹਰੇ ਮੋਰੇ ਨੇ, ਉਹ ਕਾਗਜ਼ 'ਤੇ ਸਹੀ ਤਰੀਕੇ ਨਾਲ ਉਤਾਰ ਸਕਦਾ। ਕਿਹੜੀ ਐਸੀ ਪੇਂਟਿੰਗ ਸੀ? ਨਹੀਂ, ਚਲੋ ਪੇਂਟਿੰਗ ਦਾ ਤਾਂ ਦੇਖੋ ਸ਼ੁਰੂ ਤੋਂ ਹੀ ਸ਼ੌਂਕ ਸੀਗਾ। ਜਿਉਂ ਮਤਲਬ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ 10ਵੀਂ 'ਚ ਪੂਰੇ ਪੰਜਾਬ ਦੇ ਵਿੱਚ ਪਹਿਲੇ ਨੰਬਰ 'ਤੇ ਆਇਆ ਜੀ। ਉਸ ਤੋਂ ਬਾਅਦ ਹੋਰ ਵੀ ਕੰਮ ਕੀਤੇ, ਜ਼ਿਲ੍ਹੇ ਵੱਲੋਂ ਵੀ ਸਨਮਾਨਿਤ ਕੀਤਾ ਗਿਆ, ਮੁੱਖ ਮੰਤਰੀ ਸਾਹਿਬ ਵੱਲੋਂ ਵੀ ਸਟੇਟ ਅਵਾਰਡ ਦਿੱਤਾ ਗਿਆ। ਜਦੋਂ ਇਹੋ ਜਿਹੇ ਹੁੰਦੇ ਹਨ ਤਾਂ ਉਦੋਂ ਫਿਰ ਲੱਗਦਾ ਹੈ ਕਿ ਹਾਂ ਵੀ ਸਾਡੇ ਕੰਮ ਨੂੰ ਮਾਨਤਾ ਮਿਲ ਰਹੀ ਹੈ, ਤਾਂ ਮਤਲਬ ਦਿਲ ਥੋੜ੍ਹਾ ਉਤਸ਼ਾਹ ਨਾਲ ਕੰਮ ਕਰਨ ਲੱਗ ਜਾਂਦਾ ਜੀ। ਅੱਜ ਦੇ ਟਾਈਮ ਕਿਉਂ ਕਮੀ ਲੱਗਦੀ ਹੈ? ਅੱਜ ਦੇ ਟਾਈਮ ਅਸੀਂ ਨੌਜਵਾਨ ਪੀੜ੍ਹੀ ਦੇਖੀ ਆ,
ਪਹਿਲੀ ਗੱਲ ਤਾਂ ਕਦੇ ਮੈਂ ਦੇਖਿਆ ਨਹੀਂ ਹੁਣ ਬ੍ਰਸ਼ ਤੇ ਪੇਂਟ ਚੱਕ ਕੇ ਬਣਾਉਂਦੇ ਹੋਏ। ਜੇ ਕੋਈ ਸਕੈਚਿੰਗ ਵੀ ਕਰਦਾ ਤਾਂ ਡਿਜੀਟਲੀ ਤੁਸੀਂ ਦੇਖਿਆ ਹੋਣਾ ਕਿ ਡਿਜੀਟਲੀ ਜ਼ਿਆਦਾ ਯੂਜ਼ ਕਰਨ ਲੱਗ ਗਿਆ। ਕਿੱਥੇ ਕਮੀ ਕਿੱਥੇ ਰਹਿੰਦੀ ਹੈ ਜਾਂ ਕਿਉਂ ਲੋਕ ਇੱਧਰ ਆਕਰਸ਼ਿਤ ਨਹੀਂ ਹੋਏ? ਨਹੀਂ, ਅਸਲ ਮੇਂ ਦੇਖੋ ਜੀ, ਨੌਜਵਾਨ ਪੀੜ੍ਹੀ ਗੁਰਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਜੀ। ਜਦ ਤੱਕ ਤੁਸੀਂ ਕਿਸੇ ਚੀਜ਼ 'ਚ ਖੁੱਭਦੇ ਨਹੀਂ ਹੈ ਪੂਰੀ ਤਰ੍ਹਾਂ, ਉਹਦੇ ਵਿੱਚ ਉਹ ਨਹੀਂ ਹੁੰਦੇ, ਰੰਗੇ ਨਹੀਂ ਜਾਂਦੇ, ਉਦੋਂ ਤੱਕ ਤੁਸੀਂ ਵਧੀਆ ਕੰਮ ਨਹੀਂ ਕਰ ਸਕਦੇ ਜੀ। ਆਪਣੇ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਨੂੰ ਮਤਲਬ ਸੋਸ਼ਲ ਮੀਡੀਆ ਕਾਰਨ ਨਾ ਉਹ ਚੱਲ ਰਿਹਾ ਵੀ ਉਹ ਰੁਝਾਨ 'ਚ ਜ਼ਿਆਦਾ ਹੈ। ਤੁਸੀਂ ਪੜ੍ਹਨ ਲਿਖਣ ਕੰਨੀ ਆਵਾਂਗੇ ਤਾਂ ਆਪਾਂ ਜ਼ਿਆਦਾ ਉਹਦੇ ਵਿੱਚ ਰੰਗੇ ਜਾਵਾਂਗੇ, ਤਾਂ ਆਪਾਂ ਜ਼ਿਆਦਾ ਵਧੀਆ ਢੰਗ ਨਾਲ ਕੰਮ ਕਰ ਸਕਦੇ ਹਾਂ। ਅੱਜ ਦੀ ਪੀੜ੍ਹੀ ਨੂੰ ਤਾਂ ਹੀ ਸਿੱਖ ਹਿਸਟਰੀ ਵੱਲ 'ਚ ਕੋਈ ਖੇਤਰ ਦੇ ਵਿੱਚ ਮਤਲਬ ਰੋਜ਼ਗਾਰ ਵਾਲੀ ਕੰਮ ਨਹੀਂ ਰਹੀ, ਇਸ ਲਈ ਵੀ ਨੌਜਵਾਨ ਪੀੜ੍ਹੀ ਪਿੱਛੇ ਹਟ ਰਹੀ ਹੈ। ਤਾਂ ਇਸ ਲਈ ਕਾਰਨ ਕੀ ਲੱਗਦਾ, ਵੱਡਾ ਕਾਰਨ ਕੀ ਲੱਗਦਾ? ਕਿਉਂ ਸਵਾਲ ਤਾਂ ਇਹ ਵੀ ਆ ਨਾ, ਕਿਉਂ ਨਹੀਂ ਅਸੀਂ ਜੋੜ ਪਾ ਰਹੇ ਜਾਂ ਕਿੱਥੇ ਕਮੀ ਲੱਗਦੀ ਹੈ? ਨਹੀਂ, ਜੋੜਨ ਵਾਲੀ ਤਾਂ ਗੱਲ ਇਹ ਹੈ ਜੀ, ਦੇਖੋ ਥੋੜ੍ਹਾ ਜਿਹਾ ਆਪਾਂ ਹਮੇਸ਼ਾ ਜਿਵੇਂ ਸੋਸ਼ਲ ਮੀਡੀਆ 'ਤੇ ਚੱਲਦਾ ਕਿ ਆਪਾਂ ਸ਼੍ਰੋਮਣੀ ਕਮੇਟੀ ਜਾਂ ਸਿੱਖ ਸੰਸਥਾਵਾਂ ਨੂੰ ਆਪਾਂ ਉਹ ਕਰ ਦਿੰਦੇ ਹਾਂ, ਪਰ ਕੋਈ ਜ਼ਰੂਰੀ ਨਹੀਂ ਹੁੰਦਾ। ਤੁਸੀਂ ਜੁੜਨ ਵਾਸਤੇ ਤੁਸੀਂ ਖੁਦ ਵੀ ਕੁਛ ਉੱਦਮ ਕਰਨਾ ਚਾਹੀਦਾ। ਹੁਣ ਮੈਨੂੰ ਕਿਹੜਾ ਕੋਈ, ਮੈਂ ਕਿਸੇ ਉਹ ਤੋਂ ਪ੍ਰਭਾਵਿਤ ਹੋ ਕੇ ਤਾਂ ਨਹੀਂ ਲੱਗਿਆ। ਤੁਸੀਂ ਜਦ ਖੁਦ ਪੜ੍ਹੋਗੇ ਕਰੋਗੇ ਤਾਂ ਤੁਹਾਡਾ ਪਿਆਰ ਆਪੇ ਵਧੂਗਾ। ਜੇ ਕਿਸੇ ਚੀਜ਼ ਦੇ ਤੁਸੀਂ ਸੰਪਰਕ 'ਚ ਨਹੀਂ ਜਾਓਗੇ ਤਾਂ ਤੁਸੀਂ ਉਹਦੇ ਨਾਲ ਉਹਦਾ ਪਿਆਰ ਨਹੀਂ ਤੁਹਾਡਾ ਬਣ ਸਕਦਾ। ਨੌਜਵਾਨ ਹਿਸਟਰੀ ਕੁਛ ਪੜ੍ਹਨਾ ਹੀ ਨਹੀਂ ਚਾਹੁੰਦੀ ਜੀ। ਤੁਸੀਂ ਸੋਸ਼ਲ ਮੀਡੀਆ 'ਤੇ ਵੀ ਜੋ ਹੁੰਦੀ ਆ, ਆਪਾਂ ਜੇ ਕਿਸੇ ਦਾ ਕੋਈ ਪੜ੍ਹਦੇ ਵੀ ਹਾਂ ਬਸ ਸ਼ੇਅਰ ਕਰਕੇ ਪਰੇ ਹੋ ਜਾਂਦੇ ਹਾਂ, ਉਹਨੂੰ ਪੜ੍ਹਨ ਦੀ ਵੀ ਕੋਸ਼ਿਸ਼ ਨਹੀਂ ਮੇਰੇ ਖਿਆਲ ਨਾਲ ਆਪਾਂ ਕਰਦੇ। ਉੱਤੇ ਥੋੜ੍ਹੇ 2 ਹੈਡਿੰਗ ਪੜ੍ਹੇ ਵੀ, ਹਾਂ ਬਹੁਤ ਵਧੀਆ, ਹਾਂ ਕਮੈਂਟ ਦੇਖ ਲੈਂਦੇ ਆ ਵੀ ਕਿੰਨੇ ਕੁ ਵੱਧ ਆਏ ਹੋਏ ਨੇ, ਮੈਂ ਵੀ ਸ਼ੇਅਰ ਹਾਂ ਕਰਾਂ। ਬਿਲਕੁਲ। ਹੁਣ ਜ਼ਿਆਦਾ ਕੰਮ ਸੋਸ਼ਲ ਮੀਡੀਆ 'ਤੇ ਆਧਾਰਿਤ ਹੋ ਗਿਆ ਜੀ। ਮਤਲਬ ਪਰ ਤੁਹਾਡੇ ਕੰਮ ਦੀ ਕਦਰ ਲੰਬਾ ਸਮਾਂ ਦੱਸਦਾ ਹੁੰਦਾ, ਸੋਸ਼ਲ ਮੀਡੀਆ ਨਹੀਂ ਦੱਸਦਾ ਹੁੰਦਾ। ਇਹ ਬੜਾ ਭੁਲੇਖਾ ਹੈ ਜੀ ਆਪਣੇ 'ਚ। ਮਤਲਬ ਸੋਸ਼ਲ ਮੀਡੀਆ ਹੀ ਇਕੱਲਾ ਕੋਈ ਉਹ ਨਹੀਂ ਰਹਿ ਗਿਆ, ਪ੍ਰਮਾਣ ਨਹੀਂ ਹੈ। ਤੁਸੀਂ ਇਹ ਕੰਮਾਂ ਦਾ ਮਤਲਬ ਲੰਬੇ ਸਮੇਂ 'ਚ ਜਾ ਕੇ ਪਤਾ ਲੱਗਦਾ ਵੀ ਬੰਦੇ ਨੇ ਕੀ ਕੀਤਾ। ਹੁਣ ਜਿਵੇਂ ਸੋਭਾ ਸਿੰਘ ਜੀ ਨੇ ਕੰਮ ਕੀਤਾ, ਹੋਰ ਚਿੱਤਰਕਾਰਾਂ ਨੇ ਕੰਮ ਕੀਤਾ, ਤਾਂ ਉਹ ਇਕੱਲੇ ਸੋਸ਼ਲ ਮੀਡੀਆ ਕਾਰਨ ਥੋੜ੍ਹਾ ਪ੍ਰਸਿੱਧ ਹੋਏ ਨੇ। ਉਹਨਾਂ ਦੇ ਕੰਮ 'ਚ ਦਮ ਹੋਊਗਾ ਤਾਂ ਵਧੀਆ ਪੜ੍ਹ ਕੇ ਕੀਤਾ ਹੋਊਗਾ ਤਾਂ ਆਪੇ ਲੋਕ ਪ੍ਰਭਾਵਿਤ ਹੋਣਗੇ। ਤੁਹਾਡੇ ਕਿਹੜੇ ਫੇਵਰੇਟ ਜਿਹੜੇ ਚਿੱਤਰਕਾਰ ਸੀ ਜਿਨ੍ਹਾਂ ਨੂੰ ਦੇਖ ਕੇ ਮਤਲਬ ਖੁਸ਼ੀ ਹੁੰਦੀ, ਜਿਨ੍ਹਾਂ ਦੇ ਉਹ ਦੇਖ ਕੇ ਪੇਂਟ? ਵੈਸੇ ਤਾਂ ਦੇਖੋ, ਕੋਈ ਵੀ ਚਿੱਤਰਕਾਰ ਹੈ, ਚਾਹੇ ਪੰਜਾਬ 'ਚ ਕੋਈ ਬੜਾ ਚਾਹੇ ਛੋਟਾ, ਹਰੇਕ 'ਚ ਆਪਣੀ ਖੂਬੀ ਹੁੰਦੀ ਹੈ ਜੀ। ਉਹਨਾਂ ਨੂੰ ਦੇਖ ਕੇ ਹਰੇਕ ਨੂੰ ਆਪਾਂ ਪ੍ਰਭਾਵਿਤ ਹੁੰਦੇ ਹਾਂ। ਕੋਈ ਕਲਰ ਸਕੀਮ ਵਧੀਆ ਲਾਉਂਦਾ ਹੈ, ਕੋਈ ਉਸ ਡਰਾਇੰਗ ਵਧੀਆ ਕਰਦਾ ਹੈ, ਕਿਸੇ ਦੀ ਅਨੋਟਮੀ ਵਧੀਆ ਹੈ। ਮੈਂ ਹਰੇਕ ਚਿੱਤਰਕਾਰ ਤੋਂ ਪ੍ਰਭਾਵਿਤ ਹਾਂ, ਚਾਹੇ ਉਹ ਮੇਰੇ ਨਾਲੋਂ ਬੜਾ ਹੈ ਚਾਹੇ ਛੋਟਾ ਹੈ। ਪਰ ਫਿਰ ਵੀ ਜੇ ਤੁਸੀਂ ਗੱਲ ਕਹੋ ਤਾਂ ਮਤਲਬ ਸੋਭਾ ਸਿੰਘ ਜੀ ਹੋਏ, ਸਰਦਾਰ ਕਿਰਪਾਲ ਸਿੰਘ ਜੀ ਹੋਏ, ਆਪਣੇ ਗਿਣਤੀ ਦੇ ਚਿੱਤਰਕਾਰ ਨੇ ਜਿਹੜੇ ਆਪਾਂ ਉਹਨਾਂ ਤੋਂ ਸਾਰੇ ਹੀ ਮੇਰੇ ਖਿਆਲ ਪੰਜਾਬ 'ਚ ਥੋੜ੍ਹੇ ਜਿਹੇ ਗਿਣਤੀ ਦੇ ਚਿੱਤਰਕਾਰ ਆ ਜਿਨ੍ਹਾਂ ਤੋਂ ਸਾਰੇ ਹੀ ਪ੍ਰਭਾਵਿਤ ਨੇ ਜੀ। ਸੋਚਿਆ ਵੀ ਮਾਡਰਨ ਆਰਟ ਵੱਲ ਨੂੰ ਵੀ ਜਾਣਦਾ, ਵੀ ਮਾਡਰਨ ਆਰਟ ਵੱਲ ਵੀ ਬਣਾਈਏ, ਕਿਉਂਕਿ ਥੋੜੇ ਪੈਸਾ, ਦੇਖੋ ਅੱਜ ਦੇ ਟਾਈਮ ਪੈਸਾ ਵੀ ਜ਼ਰੂਰੀ ਹੈ, ਕਮਰਸ਼ੀਅਲ ਹੋਣਾ ਵੀ ਜ਼ਰੂਰੀ ਹੈਗਾ, ਵੀ ਮਾਡਰਨ ਆਰਟ ਵੱਲ ਜਾ ਕੇ ਥੋੜਾ ਜਿਹਾ। ਨਹੀਂ, ਮਾਡਰਨ ਆਰਟ ਤਾਂ ਦੇਖੋ ਜੀ, ਮੇਰਾ ਤਾਂ ਸਿੱਖੀ ਨਾਲ ਪ੍ਰੇਮ ਬਣ ਚੁੱਕਿਆ। ਮੇਰਾ ਤਾਂ ਉਹੀ ਵਿਸ਼ੇ ਹੈ, ਪਰ ਸਿੱਖੀ 'ਚ ਇੰਨਾ ਕੰਮ ਥੋੜ੍ਹਾ ਹੋਇਆ। ਮੇਰੀ ਤਾਂ ਇਹੀ ਇੱਛਾ ਕਿ ਮੇਰੀ ਉਮਰ ਇੱਧਰ ਹੀ ਲੱਗ ਜਾਵੇ। ਪਰ ਮਾਡਰਨ ਆਰਟ ਦਾ ਇਹ ਹੈ ਵੀ ਮਾਡਰਨ ਆਰਟ ਦਾ ਵੀ ਉਹਨੂੰ ਬਿਨਾਂ ਕਈ ਸਮਝੇ ਬਿਨਾਂ ਕੰਮ ਕਰਦੇ ਨੇ। ਮਾਡਰਨ ਆਰਟ 'ਚ ਵੀ ਕਈ ਤਰ੍ਹਾਂ ਦੀਆਂ ਹੁਣ ਆਪਾਂ ਮਾਡਰਨ ਆਰਟ ਕਹਿ ਦਿੰਦੇ ਹਾਂ, ਉਹਦੇ ਵਿੱਚ ਅਸਲ ਮੇਂ ਐਬਸਟਰੈਕਟ ਆਰਟ ਹੈ ਜੀ। ਉਹਦੇ ਵਿੱਚ ਇੰਪ੍ਰੈਸ਼ਨਿਜ਼ਮ ਅਲੱਗ ਹੈ, ਅਲੱਗ-ਅਲੱਗ ਧਾਰਾਵਾਂ ਨੇ ਉਹਨਾਂ 'ਚ। ਉਹ ਤੁਸੀਂ ਆਪਾਂ ਉਹ ਸਾਰੇ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਮੈਂ ਇੱਕ ਹੁਣ ਕਲਾ ਕੋਸ਼ ਵੀ ਪੰਜਾਬੀ 'ਚ ਵੀ ਤਿਆਰ ਕਰ ਰਿਹਾ, ਮੈਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਪਰ ਫਿਰ ਵੀ ਪੰਜਾਬ ਦਾ ਜੋ ਮਾਹੌਲ ਹੈ ਉਹ ਮੇਰੇ ਖਿਆਲ ਨਾਲ ਮਾਡਰਨ ਆਰਟ ਨਾਲ ਨਹੀਂ ਮੇਲ ਖਾਂਦਾ। ਇੱਥੇ ਰੀਅਲਿਸਟਿਕ ਇਹ ਚੱਲਦਾ ਜੀ। ਤੁਸੀਂ ਕਿਹਾ ਕਿ ਕੋਸ਼ ਤਿਆਰ ਕਰ ਰਹੇ ਹੋ, ਕਲਾ ਕੋਸ਼ ਤਿਆਰ ਕਰ ਰਹੇ ਹੋ, ਕੀ ਵੱਖਰਾ ਰਹੇਗਾ ਉਹਦੇ ਵਿੱਚ? ਪੰਜਾਬੀਆਂ ਨੂੰ ਕੀ ਸਿੱਖਣ ਨੂੰ ਮਿਲ ਸਕਦਾ ਉਸ ਕੋਸ਼ ਤੋਂ? ਇੱਕ ਤਾਂ ਇਹ ਜੀ, ਪੰਜਾਬੀ ਦਾ ਪਹਿਲਾ ਕੋਸ਼ ਹੋਊਗਾ, ਪੰਜਾਬੀ 'ਚ ਅੱਜ ਤੱਕ ਕਲਾ ਕੋਸ਼ ਨਹੀਂ ਆਇਆ ਜੀ। ਦੂਜੀ ਗੱਲ ਇਹ ਹੈ ਵੀ ਮੈਂ ਉਹਦੇ ਵਿੱਚ ਵਰਲਡ ਦੇ ਸਾਰੇ ਮੇਨ ਆਰਟਿਸਟ, ਭਾਰਤ ਦੇ, ਪੰਜਾਬ ਦੇ, ਕਲਾ ਦੀਆਂ ਵਸਤੂਆਂ ਜਿਹੜੇ ਆਪਾਂ ਮਟੀਰੀਅਲ ਵਰਤਦੇ ਹਾਂ, ਕਲਾ ਦੀਆਂ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮਾਡਰਨ ਆਰਟ ਦੀਆਂ ਜਾਂ ਕਲਾ ਲਹਿਰਾਂ ਜੋ ਵੀ ਚੱਲੀਆਂ ਵਿਸ਼ਵ ਪੱਧਰ 'ਤੇ, ਸਾਰੀਆਂ ਨੂੰ ਮੈਂ ਸਮੇਟਣ ਦੀ ਉਹਦੇ ਵਿੱਚ ਕੋਸ਼ਿਸ਼ ਕੀਤੀ ਹੈ। ਅੱਗੇ ਦੇਖਦੇ ਹਾਂ ਜੀ। ਹੁਣ ਤੱਕ ਸਿੱਖ ਹਿਸਟਰੀ ਨਾਲ ਜੁੜੇ ਰਹੇ ਹੋ, ਇਹੀ ਪੇਂਟਿੰਗਸ ਆਈਆਂ ਕਿ ਕਦੇ ਕੁਝ ਹਟ ਕੇ ਵੀ, ਜਿਵੇਂ ਕਿਸੇ ਦਾ ਆਰਡਰ ਆਇਆ ਜਾਂ ਕੁਝ ਹੋਰ ਲੋਕ ਕਈ ਵਾਰ ਹੁਣ ਸਮੇਂ ਸਾਡੀ ਕੋਈ ਵੀਡੀਓ ਦੇਖ ਰਹੇ ਨੇ, ਅਗਲਾ ਡਿਮਾਂਡ ਕਰਦਾ ਹੈ ਵੀ ਮੈਂ ਇਸ ਤਰੀਕੇ ਦੀ ਫੋਟੋ ਚਾਹੁੰਦਾ ਥੋਤੋਂ ਬਣਾਉਣੀ, ਤਾਂ ਵੀ ਬਣ ਸਕਦੀ ਹੈ? ਨਹੀਂ, ਮੇਰੀ ਤਾਂ ਚਲੋ ਬਣਾਉਣੀ ਤਾਂ ਕਿਤੇ ਪੈ ਜਾਂਦੀ ਹੈ, ਪਹਿਲਾਂ ਬਣਾਉਂਦੇ ਰਹੇ ਹਾਂ ਜੀ। ਪਰ ਹੁਣ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਸਿੱਖ ਹਿਸਟਰੀ ਨੂੰ ਵੱਧ ਤੋਂ ਵੱਧ ਬਣਾਇਆ ਜਾਵੇ। ਜੋ ਸਿੱਖਾਂ ਦੇ ਵਿਸ਼ੇ ਨਹੀਂ ਬਣੇ ਤਾਂ ਮੈਂ ਉਹਨਾਂ ਨੂੰ ਬਣਾਵਾਂ ਜੀ। ਵੈਸੇ ਤਾਂ ਕਹਿੰਦੇ ਕਮਾਲ ਹੀ ਪੁੱਤ ਸਾਰੇ ਇੱਕ ਬਰਾਬਰ ਹੁੰਦੇ ਆ। ਤੁਹਾਡੀਆਂ ਪੇਂਟਿੰਗਾਂ ਸਾਰੀਆਂ ਤੁਹਾਡੇ ਲਈ ਇੱਕ ਹੋਣਗੀਆਂ, ਪਰ ਕੁਝ ਐਸੀ ਪੇਂਟਿੰਗਸ ਜਾਂ ਕੁਝ ਐਸੀ ਤਸਵੀਰ ਜਿਹਨੂੰ ਬਣਾ ਕੇ ਬੜਾ ਸਕੂਨ ਮਿਲਿਆ ਹੋਵੇ, ਲੱਗਿਆ ਹੋਵੇ ਵੀ ਆਹ ਜਿਹੜੀ ਬਣੀ ਆ ਤਾਂ ਹੁਣ ਇਸ ਤੋਂ ਉੱਤੇ ਕੁਝ ਹੋਰ ਹੀ ਸਕਦਾ? ਨਹੀਂ, ਚਲੋ ਦੇਖੋ, ਆਪਣੇ ਵੱਸ ਤਾਂ ਨਹੀਂ ਹੁੰਦਾ, ਇਹ ਤਾਂ ਅਕਾਲ ਪੁਰਖ ਕਰਾਉਂਦਾ ਜੀ, ਜੋ ਵੀ ਕਰਾਉਂਦਾ ਹੈ। ਪਰ ਇੱਕ ਪੇਂਟਿੰਗ ਮੇਰੀ ਗੁਰੂ ਨਾਨਕ ਦੇਵ ਜੀ ਗਾ ਰਹੇ ਨੇ, ਭਾਈ ਮਰਦਾਨਾ ਜੀ ਉਹਨਾਂ ਨਾਲ ਰਬਾਬ ਬੈਠੇ ਵਜਾ ਰਹੇ ਨੇ,
ਉਹ ਮੇਰੇ ਦਿਲ ਨੂੰ ਬਹੁਤ ਵਧੀਆ ਲੱਗੀ ਜੀ। ਮਤਲਬ ਉਹਦੇ ਵਿੱਚ ਮੈਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਮਰਦਾਨਾ ਬਾਬਾ ਜੀ ਨਾਲ ਇੱਕ ਸੁਰ ਹੈ, ਬਾਬਾ ਜੀ ਅਕਾਲ ਪੁਰਖ ਨਾਲ ਇੱਕ ਸੁਰ ਹੈ। ਉਹ ਮੇਰੀ ਪੇਂਟਿੰਗ ਵੀ ਬਹੁਤ ਲੋਕਾਂ ਨੇ ਪਸੰਦ ਕੀਤੀ ਹੈ ਤੇ ਮੇਰੀ ਪਹਿਚਾਣ ਹੈ ਜੀ ਹੁਣ। ਤੇ ਹੁਣ ਕੀ ਜਿਹੜਾ ਨਵਾਂ ਫੇਰ ਹੋਰ ਜਿਹੜਾ ਦੇਖਾਂਗੇ ਤੁਹਾਡੀ ਪੇਂਟਿੰਗਾਂ ਦੇ ਜ਼ਰੀਏ ਕਿਸ ਪ੍ਰੋਜੈਕਟ ਉੱਤੇ ਜਿਹੜਾ ਤੁਸੀਂ ਹੁਣ ਇਸ ਸਮੇਂ ਕੰਮ? ਮੈਂ ਸਰਦਾਰ ਨਵਾਬ ਕਪੂਰ ਸਿੰਘ ਜੀ ਆਪਣੇ ਜਥੇਦਾਰ ਹੋਏ ਨੇ, ਉਹਨਾਂ ਤੇ ਵੀ ਕੰਮ ਕਰ ਰਹੇ ਹਾਂ। ਜੱਸਾ ਸਿੰਘ ਰਾਮਗੜੀਆ ਤੇ ਵੀ, ਤੇ ਕਈ ਪੁਸਤਕਾਂ ਦੀਆਂ ਲਿਖਣ ਦਾ ਵੀ ਕਈ ਕੰਮ ਚੱਲ ਰਹੇ ਨੇ। ਜਿਵੇਂ ਤੁਹਾਨੂੰ ਦੱਸਿਆ ਕਲਾ ਕੋਸ਼ ਹੋਇਆ, ਹੋਰ ਵੀ ਕਈ ਵਿਸ਼ੇ ਹਨ। ਇੱਕ ਗੁਰੂ ਸਾਹਿਬ ਦੇ ਮਤਲਬ ਮੈਂ ਆਧਾਰ ਚਿੱਤਰ ਲੱਭ ਰਿਹਾ ਵੀ ਜਿਨ੍ਹਾਂ ਨੂੰ ਆਧਾਰ ਬਣਾਇਆ ਜਾਵੇ। ਆਪਾਂ ਇਹ ਨਾ ਕੀਤਾ ਜਾਵੇ ਵੀ ਜੇ ਕਿਸੇ ਨੇ ਪਹਿਲਾਂ ਬਣਾਈ ਆ ਉਹਦੀ ਕਾਪੀ ਕੀਤੀ ਜਾਵੇ। ਮੈਂ ਉਹਨਾਂ ਦੀ ਪੂਰੀ ਖੋਜਬੀਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਦਾ ਜੇ ਕਿਤੇ ਚਿਹਰਾ ਮੋਹਰਾ ਲਿਖਿਆ, ਪਹਿਰਾਵਾ ਲਿਖਿਆ, ਫਿਰ ਗੁਰੂ ਸਾਹਿਬ ਦੇ ਪੁਰਾਣੇ ਚਿੱਤਰ, ਉਹ ਸਾਰੇ ਇਕੱਠੇ ਕਰਕੇ ਮੈਂ ਇੱਕ ਕਿਤਾਬ ਤਿਆਰ ਕਰ ਰਿਹਾ ਜੀ। ਉਹ ਛੇਤੀ ਆਵੇਗੀ, ਜਿਹਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਨੂੰ ਇਹ ਪੇਂਟਿੰਗਾਂ ਨੂੰ ਆਧਾਰ ਬਣਾ ਕੇ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਨੂੰ ਪੇਸ਼ ਕਰਨਾ ਚਾਹੀਦਾ ਹੈ। ਨਾਲ ਡਿਟੇਲਿੰਗ ਜ਼ਰੂਰ ਦਿੱਤੀ ਗਈ ਹੈ ਤਾਂ ਕਿ ਕੱਲ੍ਹ ਨੂੰ ਕਿੰਤੂ ਪਰੰਤੂ ਨਾ ਰਹੇ ਕਿਸੇ ਕਿਸਮ ਨਾ ਜੀ ਦੇਖੋ, ਜਿਹਨਾਂ ਨੇ ਕਿੰਤੂ ਪਰੰਤੂ ਕਰਨਾ ਉਹ ਤਾਂ ਬੇਸਿਰ ਪੈਰ ਤੋਂ ਕਰਦੇ ਨੇ, ਪਰ ਮੈਂ ਉਹਦੇ ਵਿੱਚ ਪੂਰੀਆਂ ਰੈਫਰੈਂਸ ਦੇ ਕੇ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾ ਸਾਹਿਬ, ਜੇ ਹੁਣ ਨੌਜਵਾਨ ਪੀੜ੍ਹੀ ਜਿਹੜੀ ਸਾਨੂੰ ਇਸ ਸਮੇਂ ਦੇਖ ਰਹੀ ਹੈ, ਜੇ ਉਹ ਇਸ ਪੇਸ਼ੇ ਵੱਲ ਨੂੰ ਜੁੜਨਾ ਚਾਹੁੰਦੀ ਆ ਜਾਂ ਪੇਂਟਿੰਗਸ ਬਣਾਉਣਾ ਚਾਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਕੀ ਉਹਨੂੰ ਕਰਨ ਦੀ ਲੋੜ ਆ, ਕਿਸ ਪਾਸੇ ਨੂੰ ਜਾਣ ਦੀ ਲੋੜ? ਪਹਿਲਾਂ ਤਾਂ ਇਹ ਹੈ ਜੀ, ਬੰਦੇ ਨੂੰ ਵਿਸ਼ਾ ਲੱਭਣਾ ਚਾਹੀਦਾ ਕਿ ਮੈਂ ਕਿਹੜੇ ਵਿਸ਼ੇ ਵਿੱਚ ਕੰਮ ਕਰਨਾ ਚਾਹੁੰਦਾ। ਜਿਵੇਂ ਸਿੱਖ ਹਿਸਟਰੀ 'ਤੇ ਕੋਈ ਆਉਣਾ ਚਾਹੁੰਦਾ ਤਾਂ ਉਹਨੂੰ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਆਪਣੇ ਅੰਦਰ ਪ੍ਰੇਮ ਸਿੱਖੀ ਪ੍ਰਤੀ ਜਾਗਰੂਕ ਕਰਨਾ ਚਾਹੀਦਾ। ਗੁਰੂ ਸਾਹਿਬ ਦੇ ਜੀਵਨ ਪੜ੍ਹੇ, ਸਿੱਖ ਹਿਸਟਰੀ ਪੜ੍ਹੇ। ਜਦ ਤੱਕ ਆਪਾਂ ਪੂਰਨ ਤੌਰ 'ਤੇ ਪ੍ਰਭਾਵਿਤ ਨਹੀਂ ਹੁੰਦੇ, ਜਦ ਤੱਕ ਆਪਾਂ ਕੰਮ ਵਧੀਆ ਨਹੀਂ ਕਰ ਸਕਦੇ। ਅਤੇ ਫਿਰ ਉਹਦੀ ਪੂਰੀ ਨੌਲੇਜ ਲੈ ਕੇ ਉਹਨੂੰ ਤਾਂ ਆਪਾਂ ਵਿਸ਼ੇ ਨੂੰ ਵਧੀਆ ਪੇਸ਼ ਕਰ ਸਕਦੇ ਹਾਂ। ਮੇਰੀ ਮੈਂ ਇਹੀ ਕਹਾਂਗਾ ਕਿ ਸਭ ਨੂੰ ਇਹ ਕੰਮ 'ਚ ਪੈਣ ਤੋਂ ਪਹਿਲਾਂ ਉਹ ਵਿਸ਼ੇ ਬਾਰੇ ਡੂੰਘੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਜੀ। ਪਰ ਲੱਗਦਾ ਕਿ ਅੱਜ ਦੇ ਨੌਜਵਾਨ ਵਿਸ਼ਾ ਜਿਹੜਾ ਚੁਣ ਸਕਦੇ ਨੇ, ਕਿਉਂਕਿ ਅਸੀਂ ਆਪਣੀ ਵੀ ਗੱਲ ਕਰੀਏ ਤਾਂ ਵਿਸ਼ੇ ਤੋਂ ਹੀ ਭਟਕੇ ਰਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ। ਤੁਹਾਡੀ ਪੇਂਟਿੰਗ ਦੇਖੀ ਆ ਤਾਂ ਮੈਂ ਤੁਹਾਡੇ ਵੱਲ ਹੋ ਜਾਊਂਗਾ, ਮਾਡਰਨ ਆਰਟ ਦੇਖੂੰਗਾ ਮਾਡਰਨ ਵੱਲ ਹੋ ਜਾਊਂਗਾ, ਅਤੇ ਪਤਾ ਵਿਸ਼ਾ ਫਿਰ ਕਿਵੇਂ ਲੱਗੇ ਵੀ? ਨਹੀਂ, ਜਦੋਂ ਤੁਸੀਂ ਦੇਖੋ ਜੀ, ਹੁਣ ਪੰਜਾਬੀ ਬੰਦਾ ਹੈ, ਉਹ ਕਿਤੇ ਵੀ ਚਲਿਆ ਜਾਵੇ ਤਾਂ ਉਹ ਜਦੋਂ ਜਿਵੇਂ ਮਹਾਰਾਜ ਦੀ ਸਵਾਰੀ ਜਾ ਰਹੀ ਹੈ, ਉਹਦਾ ਸਿਰ ਆਪੇ ਝੁਕ ਜਾਣਾ ਜੀ। ਕੋਈ ਪੰਜਾਬੀ ਮਿਲ ਜਾਵੇ, ਉਹਦਾ ਦਿਲ ਬਾਗੋ ਬਾਗ ਹੋ ਜਾਣਾ। ਇਸ ਤਰ੍ਹਾਂ ਕੋਈ ਵੀ ਜਦੋਂ ਉਹ ਗੁਰੂ ਸਾਹਿਬ ਦੀ ਪੇਂਟਿੰਗ ਦੇਖੂਗਾ ਤਾਂ ਮਤਲਬ ਉਹਨੇ ਆਪਣੇ ਕੁਦਰਤੀ ਜੁੜਨਾ ਹੈ। ਇਸ ਤਰ੍ਹਾਂ ਦਾ ਹੀ ਪ੍ਰੇਮ ਜਦ ਤੱਕ ਅੰਦਰ ਪੈਦਾ ਨਹੀਂ ਹੁੰਦਾ, ਮਤਲਬ ਉਦੋਂ ਤੱਕ ਤੁਸੀਂ ਵਧੀਆ ਨਹੀਂ ਕਰ ਸਕਦੇ ਹੈਗੇ, ਅਤੇ ਇਹ ਕਦੇ ਵੀ ਖ਼ਤਮ ਨਹੀਂ ਹੋ ਸਕਦਾ। ਇਹ ਤੁਸੀਂ ਆਪਾਂ ਉਰੇ ਪੰਜਾਬ 'ਚ ਬੈਠੇ ਹਾਂ ਤਾਂ ਆਪਾਂ ਦੂਰ ਹਾਂ। ਜਦੋਂ ਬੰਦਾ ਬਾਹਰ ਚਲੇ ਜਾਂਦਾ ਤਾਂ ਉਹਨੂੰ ਆਪੇ ਪੰਜਾਬ, ਗੁਰੂ ਸਾਹਿਬ ਸਭ ਕੁਝ ਚੇਤੇ ਆਉਂਦਾ ਜੀ। ਫਿਰ ਜਦ ਤੱਕ ਫਰੀ ਦਾ ਮਿਲਦਾ ਰਹੇ ਜਾਂ ਜ਼ਿਆਦਾ ਮਿਲਦਾ ਰਹੇ ਤਾਂ ਮੁੱਲ ਨਹੀਂ ਪੈਂਦਾ। ਬਿਲਕੁਲ ਜੀ, ਬਿਲਕੁਲ। ਤੁਸੀਂ ਬਾਕੀ ਆਏ ਆ ਵੀ ਜੇ ਤੁਸੀਂ ਉਰੇ ਵੀ ਤੁਸੀਂ ਪੜ੍ਹਨਾ ਸ਼ੁਰੂ ਕਰੋ, ਗੁਰੂ ਨਾਲ ਜੁੜਨਾ ਸ਼ੁਰੂ ਕਰੋਗੇ ਤਾਂ ਤੁਹਾਡਾ ਨੇਚਰਲੀ ਜੁੜੋਗੇ। ਕੋਈ ਮੇਰੇ ਹਿਸਾਬ ਨਾਲ ਉਹ ਨਹੀਂ ਹੈ। ਗੁਰੂ ਸਾਹਿਬ ਸੰਪੂਰਨ ਸੀਗੇ, ਉਹਨਾਂ ਨੇ ਆਪਾਂ ਨੂੰ ਬਹੁਤ ਵਧੀਆ ਜੀਵਨ ਜਾਂਚ ਦਿੱਤੀ ਹੈ। ਥੋੜ੍ਹਾ ਜਿਹਾ ਜੁੜਨ ਦੀ ਲੋੜ ਹੈ। ਜੇ ਤੁਸੀਂ ਜੁੜਦੇ ਹੋ ਤਾਂ ਤੁਸੀਂ ਮੇਰੇ ਹਿਸਾਬ ਨਾਲ ਆਪੇ ਖੁੱਬਦੇ ਚਲੇ ਜਾਓਗੇ ਜੀ। ਬਹੁਤ ਤੁਹਾਡਾ ਧੰਨਵਾਦ ਨਾਜ ਸਾਹਿਬ, ਤੁਸੀਂ ਜਿਹੜਾ ਸਮਾਂ ਦਿੱਤਾ ਹੈ, ਕਿਉਂਕਿ ਤੁਹਾਡਾ ਬੜਾ ਕੀਮਤੀ ਸਮਾਂ ਹੈ। ਇੱਕ ਪੇਂਟਿੰਗ ਨੂੰ ਬਹੁਤ ਸਮਾਂ ਲੱਗਦਾ, ਤਾਂ ਫਿਰ ਵੀ ਤੁਸੀਂ ਸਾਨੂੰ ਸਮਾਂ ਦਾ ਬਹੁਤ ਧੰਨਵਾਦ। ਨਹੀਂ, ਆਪ ਜੀ ਦਾ ਵੀ ਬਹੁਤ ਧੰਨਵਾਦ। ਤੁਸੀਂ ਮੈਨੂੰ ਸਮਾਂ ਦਿੱਤਾ, ਮੈਨੂੰ ਸੰਗਤਾਂ ਦੇ ਸਨਮੁਖ ਹੋਣ ਦਾ ਮੌਕਾ ਦਿੱਤਾ ਜੀ। ਸ਼ੁਕਰੀਆ। ਸੋ ਇਹ ਸਨ ਸਾਡਾ ਹਰਪ੍ਰੀਤ ਸਿੰਘ ਨਾਜ ਹੋਣੀ, ਜਿਹੜੇ ਸਿੱਖ ਇਤਿਹਾਸ ਨੂੰ ਲੈ ਕੇ ਆਪਣੀਆਂ ਪੇਂਟਿੰਗਸ ਬਣਾਉਂਦੇ ਨੇ। ਚਾਹੇ ਉਹ ਘੱਲੂਘਾਰਿਆਂ ਦੀ ਗੱਲ ਹੋਵੇ ਜਾਂ ਫਿਰ ਜਿਹੜੇ ਅਨੰਦਪੁਰ ਸਾਹਿਬ ਜਾਂ ਅੰਮ੍ਰਿਤਸਰ ਜਾਂ ਐਸੇ ਸਿੱਖ ਇਤਿਹਾਸ ਦੇ ਉਹ ਪੰਨਿਆਂ ਦੀ ਜਿਹੜੇ ਹਜੇ ਦਰਸਾਏ ਨਹੀਂ ਗਏ, ਉਹਨਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਵੱਖ-ਵੱਖ ਰਿਸਰਚ ਵਰਕ ਕਰਕੇ ਕਿਤਾਬਾਂ ਵੀ ਲੈ ਕੇ ਆਉਂਦੇ ਨੇ ਲੋਕਾਂ ਦੇ ਅੱਗੇ, ਤਾਂ ਜੋ ਜਿਹੜੇ ਬੱਚੇ ਹੁਣ ਦੀ ਪੀੜ੍ਹੀ ਆ ਉਹ ਸਿੱਖ ਹਿਸਟਰੀ ਨਾਲ ਜੁੜ ਸਕੇ। ਤਸਵੀਰਾਂ ਨਾਲ ਦੀ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਸੀ, ਇਹਨਾਂ ਦੀਆਂ ਕੁਝ ਤਸਵੀਰਾਂ ਤੁਸੀਂ ਦੇਖੀਆਂ ਨੇ ਕਿ ਕਿਸ ਤਰੀਕੇ ਦਾ ਇਹਨਾਂ ਦਾ ਉਹ ਵਰਕ ਹੈ। ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਇਹਨਾਂ ਦਾ ਕੰਮ ਹੈ ਉਹ ਪਸੰਦ ਆਇਆ ਹੋਵੇਗਾ, ਅਤੇ ਜਿਹੜੇ ਨਾਲ ਜਿਹੜੀ ਅਸੀਂ ਗੱਲਬਾਤ ਕੀਤੀ ਉਹ ਵੀ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਿਕ ਨੂੰ ਦਿਓ ਇਜਾਜ਼ਤ। ਦੇਖਦੇ ਹੋ TV ਪੰਜਾਬ। ਧੰਨਵਾਦ।